ਮੇਰਾ ਨਾਮ ਸ਼ਿਲਪਾ ਹੈ। ਮੇਰੀ 16 ਸਾਲ ਦੀ ਧੀ ਨੇਤਰਹੀਣ ਸੀ, ਜਿਸ ਕਾਰਨ ਮੈਂ ਬਹੁਤ ਚਿੰਤਤ ਸੀ। ਮੈਂ ਥਾਂ-ਥਾਂ ਭਟਕਦੀ ਰਹੀ, ਪਰ ਕੋਈ ਫਾਇਦਾ ਨਹੀਂ ਹੋਇਆ। ਇੱਕ ਦਿਨ ਮੇਰੀ ਨਣਦ ਨੇ ਮੈਨੂੰ ਤਾਂਤਰਿਕ ਬਾਬੇ ਬਾਰੇ ਦੱਸਿਆ, ਜੋ ਬਹੁਤ ਮਸ਼ਹੂਰ ਸੀ। ਮੈਂ ਆਪਣੀ ਧੀ ਨੂੰ 70 ਸਾਲਾਂ ਤਾਂਤਰਿਕ ਬਾਬੇ ਕੋਲ ਲੈ ਕੇ ਆਈ ਸੀ ਅਤੇ ਉਸਨੇ ਕਿਹਾ ਕਿ ਤੁਸੀਂ ਕੱਲ੍ਹ ਸ਼ਾਮ ਨੂੰ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖੋ, ਮੈਂ ਤੁਹਾਡੀ ਬੇਟੀ ਲਈ ਦਵਾਈ ਲੈ ਕੇ ਆਵਾਂਗਾ। ਮੈਂ ਉਸ ਦੀ ਗੱਲ ਮੰਨ ਲਈ। ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ। ਸ਼ਾਮ ਦੇ 6 ਵੱਜ ਚੁੱਕੇ ਸਨ ਜਦੋਂ ਬਾਬਾ ਸਾਡੇ ਘਰ ਆਇਆ ਅਤੇ ਆਪਣੇ ਬੈਗ ਵਿੱਚੋਂ 2 ਪੁੜੀਆਂ ਕੱਢੀਆਂ ਅਤੇ ਸਾਨੂੰ ਕਿਹਾ ਕਿ ਤੁਸੀਂ ਇਸ ਨੂੰ ਪਾਣੀ ਵਿੱਚ ਮਿਲਾ ਕੇ ਪੀਓ, ਉਸ ਤੋਂ ਬਾਅਦ ਤੁਹਾਡੀ ਧੀ ਦੇਖਣ ਲੱਗੇਗੀ। ਅਸੀਂ ਖੁਸ਼ੀ ਨਾਲ ਉਸ ਦਵਾਈ ਨੂੰ ਪਾਣੀ ਵਿੱਚ ਮਿਲਾ ਕੇ ਪੀ ਲਿਆ। ਜਿਵੇਂ ਹੀ ਅਸੀਂ ਦਵਾਈ ਪੀਤੀ ਤਾਂ ਸਾਡੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਅਸੀਂ ਬੇਹੋਸ਼ ਹੋ ਗਏ। ਜਿਵੇਂ ਹੀ ਸਾਡੀ ਜਾਗ ਖੁੱਲੀ, ਇਹ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਸਾਡੀ ਬੇਟੀ ਬਹੁਤ ਬੁਰੀ ਹਾਲਤ ਵਿੱਚ ਉੱਥੇ ਮੌਜੂਦ ਸੀ। ਮੇਰੇ ਵਿਆਹ ਨੂੰ 4 ਸਾਲ ਹੋ ਗਏ ਸਨ, ਪਰ ਅਜੇ ਵੀ ਮੇਰੇ ਕੋਈ ਬੱਚੇ ਨਹੀਂ ਸਨ। ਮੈਂ ਕਈ ਡਾਕਟਰਾਂ ਨਾਲ ਸਲਾਹ ਕੀਤੀ ਸੀ, ਪਰ ਜਦੋਂ ਮੇਰੇ ਵਿਆਹ ਦਾ 5ਵਾਂ ਸਾਲ ਸੀ, ਮੈਂ ਗਰਭਵਤੀ ਹੋ ਗਈ। ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਅਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਮੈਂ ਬੱਚਾ ਪੈਦਾ ਕਰਨ ਲਈ ਬਹੁਤ ਯਤਨ ਕੀਤੇ ਸਨ। ਮੈਂ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਸੀ। ਇਸ ਸਭ ਵਿੱਚ ਮੇਰੇ ਪਤੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਮੇਰੇ ਪਤੀ ਬਹੁਤ ਚੰਗੇ ਇਨਸਾਨ ਸਨ। ਉਹ ਹਮੇਸ਼ਾ ਮੇਰਾ ਖਿਆਲ ਰੱਖਦੇ ਸਨ। ਮੇਰੇ ਸਹੁਰੇ ਘਰ ਵਿੱਚ ਮੇਰੇ ਸਹੁਰੇ ਮੈਨੂੰ ਬੱਚੇ ਨਾ ਹੋਣ ਤੇ ਬਹੁਤ ਮਿਹਣੇ ਮਾਰਦੇ ਸਨ। ਉਹ ਲੋਕ ਮੈਨੂੰ ਸਮਝ ਗਏ। ਮੈਂ ਇਹਨਾਂ ਗੱਲਾਂ ਤੋਂ ਬਹੁਤ ਤੰਗ ਆ ਗਈ ਸੀ। ਹੁਣ ਮੈਂ ਹਿੰਮਤ ਹਾਰ ਗਈ ਸੀ ਅਤੇ ਆਪਣੇ ਪਤੀ ਨੂੰ ਵੀ ਕਹਿ ਦਿੱਤਾ ਸੀ ਕਿ ਜੇ ਤੁਸੀਂ ਚਾਹੋ ਤਾਂ ਤੁਸੀਂ ਦੁਬਾਰਾ ਵਿਆਹ ਕਰ ਸਕਦੇ ਹੋ। ਮੈਂ ਤੁਹਾਨੂੰ ਬੱਚੇ ਦੀ ਖੁਸ਼ੀ ਨਹੀਂ ਦੇ ਸਕਾਂਗੀ। ਪਰ ਉਹ ਮੇਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਸੀ। ਉਹ ਕਹਿੰਦੇ ਸਨ ਕਿ ਜੇ ਰੱਬ ਸਾਨੂੰ ਬੱਚਾ ਦੇਣਾ ਚਾਹੇਗਾ ਤਾਂ ਉਹ ਦੇ ਦੇਵੇਗਾ। ਇਹ ਜ਼ਰੂਰੀ ਨਹੀਂ ਕਿ ਦੂਜੇ ਵਿਆਹ ਤੋਂ ਬਾਅਦ ਵੀ ਮੈਨੂੰ ਬੱਚਾ ਮਿਲੇਗਾ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਮੈਂ ਕੀ ਕਰਾਂਗਾ। ਰੱਬ ਨੇ ਆਖਰਕਾਰ ਮੇਰੀ ਸੁਣ ਲਈ ਸੀ। ਮੇਰੇ ਘਰ ਇੱਕ ਛੋਟੀ ਪਰੀ ਨੇ ਜਨਮ ਲਿਆ ਸੀ। ਮੇਰੀ ਅਤੇ ਮੇਰੇ ਪਤੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਮੈਂ ਸਾਰਾ ਦਿਨ ਆਪਣੀ ਧੀ ਨੂੰ ਗਲੇ ਨਾਲ ਲਾ ਕੇ ਰੱਖਦੀ ਸੀ। ਇੱਥੋਂ ਤੱਕ ਕਿ ਮੇਰਾ ਪਤੀ ਵੀ ਸਾਡੀ ਧੀ ਨੂੰ ਆਪਣੀਆਂ ਬਾਹਾਂ ਵਿੱਚ ਚੱਕਣ ਲਈ ਤਰਸ ਜਾਂਦੇ ਸਨ। ਮੈਂ ਹਮੇਸ਼ਾ ਆਪਣੀ ਧੀ ਨੂੰ ਮਹਿੰਗੇ ਕੱਪੜੇ ਪਾਉਂਦੀ ਸੀ ਅਤੇ ਘਰ ਵਿੱਚ ਉਸ ਲਈ ਲੋੜੀਂਦਾ ਹਰ ਚੀਜ਼ ਸੀ। ਮੇਰੀ ਧੀ ਦਾ ਬਚਪਨ ਬਹੁਤ ਵਧੀਆ ਸੀ ਅਤੇ ਜਦੋਂ ਉਹ ਆਪਣੇ 4ਥੇ ਸਾਲ ਵਿੱਚ ਸੀ, ਪਰ ਅਜੇ ਉਸ ਨੂੰ ਦਿਖਣ ਨਹੀਂ ਲੱਗਾ ਸੀ। ਜੇ ਅਸੀਂ ਉਸਦੇ ਸਾਹਮਣੇ ਕੁਝ ਵੀ ਕਰਦੇ ਤਾਂ ਉਸਨੂੰ ਪਤਾ ਹੀ ਨਹੀਂ ਲੱਗਦਾ ਸੀ। ਮੈਂ ਪਿੰਕੀ ਦੀ ਮਾਂ ਸੀ, ਇਸ ਲਈ ਮੈਂ ਸਭ ਕੁਝ ਨਜ਼ਰਅੰਦਾਜ਼ ਕਰਦੀ ਸੀ। ਪਰ ਆਂਢ ਗੁਆਂਢ ਦੀਆਂ ਔਰਤਾਂ ਬਾਰ-ਬਾਰ ਆ ਕੇ ਮੈਨੂੰ ਯਾਦ ਕਰਾਉਂਦੀਆਂ ਸਨ ਕਿ ਤੁਹਾਡੀ ਧੀ 4 ਸਾਲ ਦੀ ਹੋ ਗਈ ਹੈ, ਅਜੇ ਵੀ ਕੁਝ ਨਹੀਂ ਦੇਖ ਸਕਦੀ। ਪਰ ਉਸੇ ਇਲਾਕੇ ਵਿੱਚ ਪੈਦਾ ਹੋਏ ਲੋਕਾਂ ਦੇ ਬੱਚੇ ਜਿਨ੍ਹਾਂ ਨਾਲ ਮੇਰੀ ਧੀ ਦਾ ਜਨਮ ਹੋਇਆ ਸੀ, ਉਹ ਸਾਰੇ ਆਪਣੀਆਂ ਅੱਖਾਂ ਨਾਲ ਸਾਫ਼ ਦੇਖ ਸਕਦੇ ਸਨ। ਇਹਨਾਂ ਗੱਲਾਂ ਨੇ ਮੈਨੂੰ ਬਹੁਤ ਡਰਾ ਦਿੱਤਾ ਸੀ, ਪਰ ਅੱਜ ਤੱਕ ਮੈਂ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰ ਸਕੀ ਸੀ, ਕਿਉਂਕਿ ਮੈਂ ਅਜੇ ਮੁਹੱਲੇ ਵਿੱਚ ਰਹਿੰਦੀ ਸੀ ਜਿੱਥੇ ਕਿਸੇ ਵਿਅਕਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਤੇ ਉਸਦਾ ਉਹੀ ਨਾਂ ਦਿੱਤਾ ਜਾਂਦਾ ਸੀ। ਮੇਰਾ ਸਾਰਾ ਸਰੀਰ ਇਹ ਸੋਚ ਕੇ ਕੰਬ ਜਾਂਦਾ ਸੀ ਕਿ ਲੋਕ ਮੇਰੀ ਧੀ ਨੂੰ ਅੰਨ੍ਹੀ ਕਿਹਾ ਕਰਨਗੇ। ਇਹਨਾਂ ਗੱਲਾਂ ਬਾਰੇ ਸੋਚ ਕੇ ਮੇਰਾ ਮਨ ਘਬਰਾ ਜਾਂਦਾ ਸੀ। ਮੇਰੇ ਪਤੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰਦੇ ਸਨ। ਉਹ ਮੈਨੂੰ ਪੁੱਛਦੇ ਸੀ, ਕੀ ਗੱਲ ਹੈ ਸ਼ਿਲਪਾ, ਤੁਸੀਂ ਹਮੇਸ਼ਾ ਇੰਨੀ ਚਿੰਤਤ ਕਿਉਂ ਦਿਖਾਈ ਦਿੰਦੇ ਹੋ। ਜਦੋਂ ਮੇਰੇ ਪਤੀ ਨੇ ਮੈਨੂੰ ਪੁੱਛਿਆ ਤਾਂ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਕਹਿਣ ਲੱਗੀ, ਮੁਕੇਸ਼, ਸਾਡੀ ਧੀ 4 ਸਾਲ ਦੀ ਹੋ ਗਈ ਹੈ, ਪਰ ਅਜੇ ਤੱਕ ਉਸ ਨੂੰ ਕੁਝ ਵੀ ਦਿਖਣ ਨਹੀਂ ਲੱਗਾ। ਆਂਢ ਗੁਆਂਢ ਦੀਆਂ ਔਰਤਾਂ ਮੈਨੂੰ ਡਰਾਉਂਦੀਆਂ ਹਨ ਅਤੇ ਅਜੀਬ ਜਿਹੀਆਂ ਗੱਲਾਂ ਕਹਿੰਦੀਆਂ ਹਨ ਕਿ ਸ਼ਾਇਦ ਸਾਡੀ ਧੀ ਅੰਨ੍ਹੀ ਹੈ। ਹੁਣ ਮੈਨੂੰ ਵੀ ਇਹ ਮਹਿਸੂਸ ਹੋਣ ਲੱਗਾ ਹੈ ਕਿਉਂਕਿ ਮੇਰੀ ਧੀ ਬਹੁਤ ਵੱਡੀ ਹੋ ਗਈ ਹੈ, ਅਜੇ ਵੀ ਕੁਝ ਨਹੀਂ ਦੇਖ ਸਕਦੀ। ਉਹ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ, ਸ਼ਿਲਪਾ, ਤੈਨੂੰ ਕੀ ਹੋ ਗਿਆ ਹੈ? ਤੁਸੀਂ ਸੱਚਮੁੱਚ ਪਾਗਲ ਹੋ ਗਏ ਹੋ। ਮੈਨੂੰ ਨਹੀਂ ਪਤਾ ਕਿ ਤੁਸੀਂ ਇਕੱਲੇ ਕਿੰਨੇ ਸਮੇਂ ਤੋਂ ਇਹ ਗੱਲਾਂ ਬਰਦਾਸ਼ਤ ਕਰ ਰਹੇ ਹੋ। ਜੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਦੋਵੇਂ ਮਿਲ ਕੇ ਇਸ ਮਾਮਲੇ ਦਾ ਕੋਈ ਹੱਲ ਲੱਭ ਲੈਂਦੇ। ਮੈਂ ਝੱਟ ਕਹਿਣ ਲੱਗੀ, ਫਿਰ ਦੱਸੋ ਕੀ ਹੱਲ ਲੱਭਿਆ ਹੈ। ਮੁਕੇਸ਼ ਨੇ ਕਿਹਾ, ਮੈਂ ਕੱਲ ਦਫ਼ਤਰ ਨਹੀਂ ਜਾਵਾਂਗਾ। ਅਸੀਂ ਦੋਵੇਂ ਆਪਣੀ ਬੇਟੀ ਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ। ਅੱਖਾਂ ਦੀ ਰੋਸ਼ਨੀ ਲਈ ਸ਼ਹਿਰ ਵਿੱਚ ਬਹੁਤ ਚੰਗੇ ਡਾਕਟਰ ਹਨ। ਤੁਸੀਂ ਦੇਖੋ, ਮੇਰੀ ਬੇਟੀ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇਗੀ ਅਤੇ ਉਹ ਦੇਖਣ ਲੱਗ ਜਾਵੇਗੀ। ਡਾਕਟਰ ਸਾਰਾ ਚੈੱਕਅਪ ਕਰਕੇ ਦੱਸੇਗਾ
ਕਿ ਸਾਡੀ ਧੀ ਨੂੰ ਕੀ ਸਮੱਸਿਆ ਹੈ। ਮੁਕੇਸ਼ ਦੀ ਗੱਲ ਸੁਣ ਕੇ ਮੈਂ ਖੁਸ਼ ਤਾਂ ਹੋ ਗਈ, ਪਰ ਫਿਰ ਵੀ ਇੱਕ ਗੱਲ ਮੇਰੇ ਦਿਲ ਵਿੱਚ ਆ ਰਹੀ ਸੀ। ਮੈਂ ਕਹਿਣ ਲੱਗੀ, ਮੁਕੇਸ਼, ਜੇ ਡਾਕਟਰ ਨੇ ਕਿਹਾ ਕਿ ਸਾਡੀ ਧੀ ਜਨਮ ਤੋਂ ਹੀ ਅੰਨੀ ਹੈ ਤਾਂ ਅਸੀਂ ਕੀ ਕਰਾਂਗੇ? ਤਾਂ ਮੁਕੇਸ਼ ਕਹਿਣ ਲੱਗਾ, ਅਸੀਂ ਕੁਝ ਨਹੀਂ ਕਰਾਂਗੇ, ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਕਿ ਉਸਨੇ ਸਾਨੂੰ ਇੱਕ ਧੀ ਦਿੱਤੀ ਹੈ। ਅਤੇ ਤੁਹਾਨੂੰ ਪਤਾ ਹੈ ਕਿ ਇੰਨੇ ਸਾਲਾਂ ਬਾਅਦ ਸਾਨੂੰ ਆਪਣੀ ਧੀ ਦੇ ਰੂਪ ਵਿੱਚ ਇੱਕ ਬੱਚਾ ਮਿਲਿਆ, ਜਿਸ ਲਈ ਅਸੀਂ ਤਰਸ ਰਹੇ ਸੀ। ਹੁਣ ਜੇਕਰ ਇਸ ਵਿੱਚ ਕੋਈ ਕਮੀ ਹੈ ਤਾਂ ਉਹ ਵੀ ਪ੍ਰਮਾਤਮਾ ਦੀ ਇੱਛਾ ਹੈ। ਅਤੇ ਹਾਂ, ਸਾਨੂੰ ਹਰ ਹਾਲਤ ਵਿੱਚ ਆਪਣੇ ਪ੍ਰਮਾਤਮਾ ਦੀ ਇੱਛਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਮੈਂ ਆਪਣੇ ਪਤੀ ਦੀ ਗੱਲ ਨਾਲ ਸਹਿਮਤ ਸੀ। ਮੈਂ ਉਸ ਨੂੰ ਹਾਂ ਵਿੱਚ ਸਿਰ ਹਿਲਾਇਆ ਅਤੇ ਕਮਰੇ ਵਿੱਚੋਂ ਬਾਹਰ ਆ ਕੇ ਰਸੋਈ ਦੇ ਕੰਮ ਵਿੱਚ ਰੁੱਝ ਗਈ। ਰਸੋਈ ਵਿੱਚ ਕੰਮ ਕਰਦੇ ਸਮੇਂ ਮੈਨੂੰ ਚਿੰਤਾ ਸੀ ਕਿ ਕਿਤੇ ਮੇਰੀ ਧੀ ਜਨਮ ਤੋਂ ਹੀ ਅੰਨੀ ਤਾਂ ਨਹੀਂ ਹੈ। ਮੈਂ ਸਾਰਾ ਦਿਨ ਕੁਝ ਨਹੀਂ ਖਾਧਾ ਸੀ। ਤਣਾਅ ਦੇ ਕਾਰਨ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਅਤੇ ਰਾਤ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕੀ ਸੀ। ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਹਮੇਸ਼ਾ ਆਪਣੀ ਧੀ ਦੇ ਭਵਿੱਖ ਬਾਰੇ ਚਿੰਤਾ ਰਹਿੰਦੀ ਸੀ। ਜੇਕਰ ਉਹ ਇਸ ਤਰ੍ਹਾਂ ਅੰਨੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਉਸ ਦਾ ਵਿਆਹ ਕਿਵੇਂ ਹੋਵੇਗਾ? ਉਸ ਨਾਲ ਕੌਣ ਵਿਆਹ ਕਰੇਗਾ? ਅਤੇ ਮੈਂ ਹਰ ਪਲ ਪਰਮਾਤਮਾ ਅੱਗੇ ਅਰਦਾਸ ਕਰਦੀ ਸੀ ਕਿ ਮੇਰੀ ਧੀ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲੱਗ ਜਾਵੇ ਅਤੇ ਉਸ ਨੂੰ ਕੋਈ ਵੱਡੀ ਸਮੱਸਿਆ ਨਾ ਹੋਵੇ। ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਸਿਰ ਵਿੱਚ ਤੇਜ਼ ਦਰਦ ਹੋ ਰਿਹਾ ਸੀ। ਰੋਣ ਨਾਲ ਮੇਰੀਆਂ ਅੱਖਾਂ ਵੀ ਸੁੱਜ ਗਈਆਂ ਸਨ। ਹਸਪਤਾਲ ਜਾਣਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕਿਸੇ ਵੱਡੀ ਸਮੱਸਿਆ ਵੱਲ ਲਿਜਾਇਆ ਜਾ ਰਿਹਾ ਹੋਵੇ। ਇਸ ਸਮੇਂ ਸਵੇਰ ਦੇ 11 ਵੱਜ ਚੁੱਕੇ ਸਨ। ਮੇਰੇ ਪਤੀ ਨੇ ਕਿਹਾ, ਮੈਂ ਸ਼ਹਿਰ ਦੇ ਸਭ ਤੋਂ ਵਧੀਆ ਡਾਕਟਰ ਦੀ ਸਲਾਹ ਲਵਾਂਗਾ। ਮੈਂ ਆਪਣੀ ਬੇਟੀ ਲਈ ਸਾਰੀ ਜਾਣਕਾਰੀ ਲੈ ਕੇ ਆਇਆ ਹਾਂ। ਤੁਸੀਂ ਜਲਦੀ ਤਿਆਰ ਹੋ ਜਾਓ ਅਤੇ ਪਿੰਕੀ ਨੂੰ ਵੀ ਤਿਆਰ ਕਰੋ। ਅਸੀਂ ਡਾਕਟਰ ਕੋਲ ਜਾ ਰਹੇ ਹਾਂ। ਮੇਰੀ ਧੀ ਬਹੁਤ ਚੰਗੀ ਸੀ। ਉਸਨੇ ਕਦੇ ਮੈਨੂੰ ਤੰਗ ਨਹੀਂ ਕੀਤਾ। ਉਹ ਉਹੀ ਕਰਦੀ ਸੀ ਜੋ ਮੈਂ ਉਸਨੂੰ ਕਹਿੰਦੀ ਸੀ। ਭਾਵੇਂ ਉਹ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ, ਉਹ ਸਭ ਕੁਝ ਮਹਿਸੂਸ ਕਰ ਸਕਦੀ ਸੀ ਅਤੇ ਆਪਣੇ ਖਿਡੌਣਿਆਂ ਨਾਲ ਖੇਡਦੀ ਰਹਿੰਦੀ ਸੀ। ਉਹ ਇਲਾਕੇ ਦੇ ਬਾਕੀ ਬੱਚਿਆਂ ਵਾਂਗ ਜਿੱਦੀ ਨਹੀਂ ਸੀ। ਮੈਂ ਆਪਣੀ ਧੀ ਨੂੰ ਇੱਕ ਸੁੰਦਰ ਫਰੋਕ ਪਹਿਨਾਈ। ਉਹ ਇਸ ਨੂੰ ਪਹਿਨ ਕੇ ਬਹੁਤ ਪਿਆਰੀ ਲੱਗ ਰਹੀ ਸੀ ਅਤੇ ਮੈਂ ਵੀ ਤਿਆਰ ਹੋ ਗਈ। ਉਸ ਤੋਂ ਬਾਅਦ ਅਸੀਂ ਡਾਕਟਰ ਕੋਲ ਗਏ। ਡਾਕਟਰ ਨੇ ਮੇਰੀ ਬੇਟੀ ਦੀਆਂ ਅੱਖਾਂ ਦਾ ਪੂਰਾ ਚੈੱਕਅਪ ਕੀਤਾ ਸੀ। ਚੈੱਕਅਪ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੀ ਬੇਟੀ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਜਿਵੇਂ ਜਿਵੇਂ ਤੁਹਾਡੀ ਧੀ ਵੱਡੀ ਹੁੰਦੀ ਜਾਵੇਗੀ, ਤਿਵੇਂ ਤਿਵੇਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਜਾਵੇਗੀ। ਕੁਝ ਬੱਚਿਆਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਉਹ ਥੋੜੀ ਦੇਰ ਨਾਲ ਦੇਖਣ ਲੱਗਦੇ ਹਨ। ਚਿੰਤਾ ਨਾ ਕਰੋ, ਤੁਹਾਡੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਵੇਗੀ। ਤੁਸੀਂ ਬਸ ਆਪਣੀ ਧੀ ਦਾ ਖਿਆਲ ਰੱਖੋ। ਮੈਂ ਫਿਲਹਾਲ ਕੁਝ ਦਵਾਈਆਂ ਦੇ ਰਿਹਾ ਹਾਂ। ਤੁਹਾਡੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸਾਡੇ ਕੋਲ ਸਹੂਲਤਾਂ ਵੀ ਉਪਲਬਧ ਹਨ। ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੀ ਧੀ ਨੂੰ ਸਾਡੇ ਆਈ ਸੈਂਟਰ ਵਿੱਚ ਭੇਜ ਸਕਦੇ ਹੋ ਅਤੇ ਉਸ ਨੂੰ ਸਿਖਲਾਈ ਦੇ ਸਕਦੇ ਹੋ। ਤੁਸੀਂ ਹਰ ਹਫ਼ਤੇ ਆਪਣੀ ਧੀ ਨੂੰ ਸਾਡੇ ਕਲੀਨਿਕ ਵਿੱਚ ਲੈ ਕੇ ਆਓ ਅਤੇ ਤੁਹਾਡੀ ਧੀ ਹੌਲੀ-ਹੌਲੀ ਦੇਖਣ ਲੱਗ ਜਾਵੇਗੀ। ਡਾਕਟਰ ਦੀ ਗੱਲ ਸੁਣ ਕੇ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਮੋਢਿਆਂ ਤੋਂ ਬਹੁਤ ਭਾਰੀ ਬੋਝ ਲਾ ਦਿੱਤਾ ਹੋਵੇ। ਮੈਂ ਬਹੁਤ ਖੁਸ਼ ਹੋ ਗਈ ਅਤੇ ਮੈਨੂੰ ਉਮੀਦ ਦੀ ਕਿਰਨ ਦਿਖਾਈ ਦੇਣ ਲੱਗੀ। ਇਸ ਲਈ ਮੈਂ ਆਪਣੇ ਪਤੀ ਨੂੰ ਸਾਨੂੰ ਸ਼ਾਪਿੰਗ ਮਾਲ ਲੈ ਜਾਣ ਲਈ ਕਿਹਾ। ਚਲੋ, ਮੈਂ ਪਿੰਕੀ ਲਈ ਚੰਗੇ ਕੱਪੜੇ ਖਰੀਦਣੇ ਹਨ ਅਤੇ ਫਿਰ ਮੇਰੀ ਧੀ ਨੇ ਜਿਹੜਾ ਕੱਪੜਾ ਕਿਹਾ, ਮੈਂ ਉਸਨੂੰ ਉਹ ਕੱਪੜਾ ਦਵਾਇਆ। ਉਸਨੇ ਆਪਣੇ ਲਈ ਕੁਝ ਖਿਡੌਣੇ ਵੀ ਖਰੀਦ ਲਏ ਸਨ। ਉਸਨੇ ਆਪਣੀ ਮਰਜ਼ੀ ਨਾਲ ਖਿਡੌਣਿਆਂ ਨੂੰ ਪਸੰਦ ਕੀਤਾ ਸੀ। ਜਦੋਂ ਤੋਂ ਪਿੰਕੀ ਦਾ ਜਨਮ ਹੋਇਆ ਸੀ, ਮੈਂ ਆਪਣੇ ਵੱਲ ਧਿਆਨ ਦੇਣਾ ਛੱਡ ਦਿੱਤਾ ਸੀ। ਮੈਂ ਆਪਣੇ ਵੱਲ ਬਹੁਤ ਘੱਟ ਧਿਆਨ ਦਿੰਦੀ ਸੀ। ਮੈਨੂੰ ਆਪਣੇ ਪਤੀ ਅਤੇ ਧੀ ਦੀ ਖੁਸ਼ੀ ਲਈ ਹਮੇਸ਼ਾ ਚਿੰਤਾ ਰਹਿੰਦੀ ਸੀ। ਫਿਲਹਾਲ ਮੈਂ ਖੁਸ਼ ਮਹਿਸੂਸ ਕਰਨ ਲੱਗੀ ਹਾਂ ਕਿਉਂਕਿ ਡਾਕਟਰ ਨੇ ਮੇਰਾ ਤਣਾਅ ਥੋੜਾ ਘੱਟ ਕਰ ਦਿੱਤਾ ਸੀ। ਸਮਾਂ ਐਵੇਂ ਹੀ ਲੰਘਦਾ ਗਿਆ। ਅਸੀਂ ਉਸ ਡਾਕਟਰ ਦੇ ਕਹੇ ਅਨੁਸਾਰ ਆਪਣੀ ਬੇਟੀ ਤੇ ਬਹੁਤ ਸਾਰਾ ਪੈਸਾ ਖਰਚ ਕੀਤਾ। ਅਸੀਂ ਹਮੇਸ਼ਾ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਚੈੱਕਅਪ ਕਰਵਾਇਆ, ਇਹ ਸੋਚ ਕੇ ਕਿ ਸ਼ਾਇਦ ਸਾਡੀ ਧੀ ਦੀ ਨਜ਼ਰ ਠੀਕ ਹੋ ਜਾਵੇ। ਪਰ ਹੌਲੀ-ਹੌਲੀ ਮੇਰੀ ਧੀ ਹੁਣ 7 ਸਾਲ ਦੀ ਹੋ ਗਈ ਸੀ ਅਤੇ ਅਜੇ ਕੁਝ ਵੀ ਦੇਖਣਾ ਸ਼ੁਰੂ ਨਹੀਂ ਕੀਤਾ ਸੀ। ਮੈਂ ਮੁਕੇਸ਼ ਨੂੰ ਕਿਹਾ, ਹੁਣ ਅਸੀਂ ਆਪਣੀ ਧੀ ਨੂੰ ਉਸ ਡਾਕਟਰ ਕੋਲ ਬਿਲਕੁਲ ਨਹੀਂ ਲੈ ਕੇ ਜਾਵਾਂਗੇ। ਅਸੀਂ ਆਪਣੀ ਧੀ ਨੂੰ ਕਿਸੇ ਹੋਰ ਚੰਗੇ ਡਾਕਟਰ ਕੋਲ ਲੈ ਕੇ ਜਾਵਾਂਗੇ। ਫਿਰ ਅਜਿਹਾ ਹੋਇਆ ਕਿ ਅਸੀਂ ਸ਼ਹਿਰ ਵਿੱਚ ਕਿਸੇ ਡਾਕਟਰ ਨੂੰ ਨਹੀਂ ਛੱਡਿਆ।
ਜੇ ਕੋਈ ਸਾਨੂੰ ਕਿਸੇ ਹੋਰ ਸ਼ਹਿਰ ਦੇ ਡਾਕਟਰ ਦੀ ਸਲਾਹ ਦੇ ਦਿੰਦਾ ਤਾਂ ਵੀ ਅਸੀਂ ਆਪਣੀ ਧੀ ਨੂੰ ਉੱਥੇ ਲੈ ਕੇ ਜਾਂਦੇ, ਪਰ ਹਰ ਜਗ੍ਹਾ ਸਾਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ। ਉਸ ਤੋਂ ਬਾਅਦ ਸਾਡੇ ਕਿਸੇ ਰਿਸ਼ਤੇਦਾਰ ਨੇ ਸਾਨੂੰ ਸੁਝਾਅ ਦਿੱਤਾ ਕਿ ਤੁਹਾਨੂੰ ਡਾਕਟਰ ਨੂੰ ਛੱਡ ਕੇ ਹੋਮੋਪੈਥਿਕ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਹੋਰ ਬੱਚਾ ਵੀ ਇਸੇ ਤਰ੍ਹਾਂ ਦੇਖਣ ਲੱਗਾ ਸੀ। ਉਹ ਡਾਕਟਰ ਬਹੁਤ ਵਧੀਆ ਹੈ, ਤੁਸੀਂ ਦੇਖੋਗੇ ਕਿ ਤੁਹਾਡੀ ਬੇਟੀ ਵੀ ਦੇਖਣ ਲੱਗ ਜਾਵੇਗੀ। ਹੁਣ ਮੈਨੂੰ ਇੱਕ ਨਵਾਂ ਰਸਤਾ ਨਜ਼ਰ ਆ ਗਿਆ ਸੀ ਅਤੇ ਮੈਂ ਉਸ ਰਾਹ ਵੱਲ ਤੁਰਨਾ ਸ਼ੁਰੂ ਕਰ ਦਿੱਤਾ ਸੀ। ਸਾਡੇ ਕਈ ਸਾਲ ਇਸ ਤਰ੍ਹਾਂ ਬਰਬਾਦ ਹੋ ਗਏ। ਫਿਰ ਅਸੀਂ ਤੰਤਰਿਕ ਤੇ ਆਪਣਾ ਪੈਸਾ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਕਰਦੇ ਹੋਏ ਮੇਰੀ ਬੇਟੀ 14 ਸਾਲ ਦੀ ਹੋ ਗਈ ਸੀ, ਪਰ ਅੱਜ ਤੱਕ ਉਸ ਨੂੰ ਕੁਝ ਦਿਖਣ ਨਹੀਂ ਲੱਗਾ। ਅਸੀਂ ਮੇਰੇ ਪਤੀ ਦੀ ਸਾਰੀ ਤਨਖਾਹ ਪਿੰਕੀ ਦੇ ਇਲਾਜ ਤੇ ਖਰਚ ਕਰ ਦਿੰਦੇ ਸੀ। ਇਸੇ ਕਰਕੇ ਅਸੀਂ ਆਪਣੇ ਬੁਢਾਪੇ ਲਈ ਵੀ ਕੁਝ ਸੇਵਿੰਗ ਨਹੀਂ ਕਰ ਸਕੇ। ਮੇਰੀ ਧੀ ਹੌਲੀ-ਹੌਲੀ ਜਵਾਨ ਹੁੰਦੀ ਜਾ ਰਹੀ ਸੀ ਅਤੇ ਉਹ ਇੰਨੀ ਸੋਹਣੀ ਹੁੰਦੀ ਜਾ ਰਹੀ ਸੀ ਕਿ ਮੈਂ ਉਸ ਨੂੰ ਦਿਲੋਂ ਦੇਖਣ ਤੋਂ ਵੀ ਡਰਦੀ ਸੀ ਕਿ ਕਿਤੇ ਮੇਰੀ ਧੀ ਨੂੰ ਮੇਰੀ ਨਜ਼ਰ ਨਾ ਲੱਗ ਜਾਵੇ। ਸਾਡੇ ਆਂਢ ਗੁਆਂਢ ਦੇ ਲੋਕ ਵੀ ਮੇਰੀ ਬੇਟੀ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਸਨ ਅਤੇ ਸਾਰੇ ਕਹਿੰਦੇ ਸਨ ਕਿ ਸ਼ਿਲਪਾ ਦੀ ਬੇਟੀ ਪਿੰਕੀ ਬਹੁਤ ਖੂਬਸੂਰਤ ਹੈ। ਜੇ ਇਹ ਵਿਚਾਰੀ ਕੁੜੀ ਅੰਨੀ ਨਾ ਹੁੰਦੀ ਤਾਂ ਹੁਣੇ ਉਸ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ। ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਦਿਲ ਮੱਚਦਾ ਸੀ। ਮੇਰੀ ਉਮਰ ਇੰਨੀ ਨਹੀਂ ਸੀ, ਪਰ ਜ਼ਿਆਦਾ ਤਣਾਅ ਕਾਰਨ ਮੇਰੇ ਚਿਹਰੇ ਤੇ ਝੁਰੜੀਆਂ ਪੈਣ ਲੱਗੀਆਂ ਅਤੇ ਮੈਂ ਜ਼ਿਆਦਾ ਉਮਰ ਦਿਸਣ ਲੱਗੀ। ਇੱਕ ਦਿਨ ਸਾਡੇ ਨਾਲ ਬਹੁਤ ਹੀ ਅਜੀਬ ਹਾਦਸਾ ਵਾਪਰਿਆ। ਇੱਕ ਦਿਨ ਅਸੀਂ ਆਪਣੀ ਧੀ ਨਾਲ ਇੱਕ ਵੈਦ ਕੋਲ ਗਏ। ਉਸਨੇ ਮੇਰੀ ਬੇਟੀ ਨੂੰ ਖਾਣ ਲਈ ਕੁਝ ਦਿੱਤਾ ਅਤੇ ਕਿਹਾ ਕਿ ਕੁਝ ਦਿਨਾਂ ਬਾਅਦ ਤੁਹਾਡੀ ਧੀ ਨੂੰ ਦਿਖਾਈ ਦੇਣ ਲੱਗੇਗਾ। ਅਸੀਂ ਵੈਦ ਜੀ ਦੀ ਫੀਸ ਅਦਾ ਕੀਤੀ ਅਤੇ ਵਾਪਸ ਆਉਣ ਲਈ ਤਿਆਰ ਹੋ ਗਏ ਅਤੇ ਜਦੋਂ ਅਸੀਂ ਬਾਹਰ ਆਏ ਤਾਂ ਇੱਕ ਅਜੀਬ ਹਾਦਸਾ ਹੋ ਗਿਆ। ਸਾਡੇ ਸਾਹਮਣੇ ਇੱਕ 18 ਸਾਲ ਦਾ ਮੁੰਡਾ ਸਾਈਕਲ ਚਲਾ ਰਿਹਾ ਸੀ। ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਅੱਗੇ ਚਲੀ ਗਈ। ਨੌਜਵਾਨ ਲੜਕਾ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਦੇ ਸਿਰ ਚੋਂ ਬੁਰੀ ਤਰ੍ਹਾਂ ਖੂਨ ਵਹਿ ਰਿਹਾ ਸੀ। ਮੁਕੇਸ਼ ਭੱਜ ਕੇ ਉਸ ਮੁੰਡੇ ਕੋਲ ਗਿਆ। ਉਸ ਨੇ ਆਸ-ਪਾਸ ਖੜੇ ਕਈ ਲੋਕਾਂ ਨੂੰ ਮਦਦ ਲਈ ਬੁਲਾਇਆ, ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਬੜੀ ਮੁਸ਼ਕਲ ਨਾਲ ਇੱਕ ਰਿਕਸ਼ਾ ਚਾਲਕ ਲੜਕੇ ਨੂੰ ਹਸਪਤਾਲ ਲਿਜਾਣ ਲਈ ਤਿਆਰ ਹੋ ਗਿਆ। ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਫਿਰ ਮੈਂ ਆਪਣੀ ਬੇਟੀ ਨੂੰ ਲੈ ਕੇ ਘਰ ਆ ਗਈ, ਜਦੋਂ ਕਿ ਮੁਕੇਸ਼ ਸਾਰੀ ਰਾਤ ਹਸਪਤਾਲ 'ਚ ਲੜਕੇ ਦੇ ਨਾਲ ਰਿਹਾ। ਵਾਪਸ ਆ ਕੇ ਉਸਨੇ ਦੱਸਿਆ ਕਿ ਲੜਕੇ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹ ਕੋਮਾ ਵਿੱਚ ਚਲਾ ਗਿਆ ਅਤੇ ਲੜਕੇ ਕੋਲ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਉਸਦੀ ਪਹਿਚਾਣ ਕੀਤੀ ਜਾ ਸਕੇ ਜਾਂ ਉਸਦੇ ਪਰਿਵਾਰ ਨੂੰ ਉਸਦੇ ਬਾਰੇ ਵਿੱਚ ਸੂਚਿਤ ਕੀਤਾ ਜਾ ਸਕੇ। ਮੈਂ ਉਸ ਲੜਕੇ ਲਈ ਬਹੁਤ ਅਰਦਾਸਾਂ ਕੀਤੀਆਂ ਸਨ। ਪਤਾ ਨਹੀਂ ਉਹ ਲੜਕਾ ਕਿਸ ਮਾਂ ਦਾ ਪੁੱਤਰ ਸੀ ਅਤੇ ਉਸ ਦੀ ਮਾਂ ਨੂੰ ਉਸ ਲਈ ਕਿੰਨੀ ਚਿੰਤਾ ਹੋਵੇਗੀ। ਕੁਝ ਦਿਨ ਮੇਰੇ ਪਤੀ ਇਸੇ ਤਰ੍ਹਾਂ ਹਸਪਤਾਲ ਜਾਂਦੇ ਰਹੇ ਅਤੇ ਲੜਕੇ ਦਾ ਇਲਾਜ ਚੱਲ ਰਿਹਾ ਸੀ। ਜਦੋਂ ਉਹ ਕੁਝ ਠੀਕ ਹੋ ਗਿਆ ਤਾਂ ਮੇਰਾ ਪਤੀ ਉਸ ਨੂੰ ਸਾਡੇ ਘਰ ਲੈ ਆਏ। ਲੜਕੇ ਦਾ ਸਿਰ ਪੱਟੀ ਨਾਲ ਢਕਿਆ ਹੋਇਆ ਸੀ। ਮੈਂ ਆਪਣੇ ਪਤੀ ਵੱਲ ਮੁੜ ਕੇ ਦੇਖਿਆ ਤਾਂ ਉਹ ਲੜਕੇ ਨੂੰ ਗੈਸਟ ਰੂਮ ਵਿੱਚ ਛੱਡ ਦਿੱਤਾ ਅਤੇ ਕਿਹਾ, ਸ਼ਿਲਪਾ, ਇਸ ਲੜਕੇ ਨੂੰ ਹੋਸ਼ ਆ ਗਿਆ ਹੈ ਪਰ ਯਾਦਾਸ਼ਤ ਖਤਮ ਹੋ ਗਈ ਹੈ। ਡਾਕਟਰ ਨੇ ਕਿਹਾ ਹੈ ਕਿ ਅਸੀਂ ਉਸ ਨੂੰ ਡਿਸਚਾਰਜ ਕਰ ਰਹੇ ਹਾਂ। ਜੇਕਰ ਉਸ ਦਾ ਇਲਾਜ ਹੌਲੀ-ਹੌਲੀ ਜਾਰੀ ਰਿਹਾ ਤਾਂ ਉਸ ਦੀ ਯਾਦਾਸ਼ਤ ਵੀ ਵਾਪਸ ਆ ਜਾਵੇਗੀ। ਉਦੋਂ ਤੱਕ ਮੈਨੂੰ ਇਸ ਨੂੰ ਇੱਥੇ ਲਿਆਉਣ ਤੋਂ ਇਲਾਵਾ ਕੋਈ ਹੋਰ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਅਤੇ ਹੁਣ ਤੱਕ ਉਸਦੇ ਪਰਿਵਾਰ ਵੱਲੋਂ ਵੀ ਕੋਈ ਨਹੀਂ ਆਇਆ ਸੀ। ਸ਼ਾਇਦ ਕਿਸੇ ਨੇ ਇਸ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੈਨੂੰ ਇਸ ਮੁੰਡੇ ਦਾ ਬਹੁਤ ਫਿਕਰ ਸੀ, ਇਸੇ ਲਈ ਮੈਂ ਇਸ ਨੂੰ ਆਪਣੇ ਨਾਲ ਲੈ ਆਇਆ। ਇਸ ਮੁੰਡੇ ਨੂੰ ਆਪਣਾ ਨਾਮ ਯਾਦ ਹੈ। ਉਸ ਨੇ ਆਪਣਾ ਨਾਮ ਬਿਆਨ ਦੱਸਿਆ ਹੈ। ਮੇਰਾ ਪਤੀ ਬਹੁਤ ਪਰੇਸ਼ਾਨ ਦਿਖਾਈ ਦੇ ਰਿਹਾ ਸੀ। ਫਿਰ ਮੈਂ ਉਸ ਵੱਲ ਦੇਖਿਆ ਅਤੇ ਕਿਹਾ, ਮੁਕੇਸ਼, ਕੀ ਤੁਹਾਨੂੰ ਪਤਾ ਨਹੀਂ ਕਿ ਸਾਡੀ ਇੱਕ ਜਵਾਨ ਧੀ ਹੈ? ਫਿਰ ਉਹ ਕਹਿਣ ਲੱਗਾ ਕਿ ਇਹ ਲੜਕਾ ਇਸ ਸਮੇਂ ਬਿਮਾਰ ਹੈ। ਜਦੋਂ ਤੱਕ ਇਹ ਠੀਕ ਹੋ ਜਾਂਦਾ ਹੈ ਮੈਂ ਇਸ ਲਈ ਕੋਈ ਥਾਂ ਲੱਭ ਲਵਾਂਗਾ। ਮੈਂ ਸਿਰ ਹਿਲਾਇਆ। ਉਸ ਮੁੰਡੇ ਦੀ ਹਾਲਤ ਦੇਖ ਕੇ ਮੈਨੂੰ ਵੀ ਉਸ ਤੇ ਤਰਸ ਆਇਆ, ਇਸੇ ਲਈ ਮੈਂ ਵੀ ਉਸ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਉਹ ਬਹੁਤ ਹੀ ਪਿਆਰਾ ਮੁੰਡਾ ਸੀ ਤੇ ਮੈਂ ਉਸ ਨੂੰ ਦੇਖ ਕੇ ਸੋਚਦੀ ਸੀ ਕਿ ਜੇ ਰੱਬ ਨੇ ਮੈਨੂੰ ਇੱਕ ਹੋਰ ਬੱਚਾ ਦਿੱਤਾ ਹੁੰਦਾ ਤੇ ਉਹ ਪੁੱਤਰ ਹੁੰਦਾ ਤਾਂ ਅੱਜ ਮੇਰਾ ਪਰਿਵਾਰ ਪੂਰਾ ਹੋਣਾ ਸੀ। ਸ਼ਾਇਦ ਮੇਰਾ ਪੁੱਤਰ ਵੀ ਉਸ ਵਰਗਾ ਹੁੰਦਾ। ਜਦੋਂ ਵੀ ਮੈਂ ਉਸ ਲਈ ਕੋਈ ਕੰਮ ਕਰਦੀ ਤਾਂ ਉਹ ਮੁਸਕਰਾ ਕੇ ਮੇਰਾ ਧੰਨਵਾਦ ਕਰਦਾ। ਜਿੱਥੋਂ ਤੱਕ ਮੇਰੀ ਬੇਟੀ ਪਿੰਕੀ ਦਾ ਸਵਾਲ ਹੈ, ਉਸ ਲੜਕੇ ਨੇ ਮੇਰੀ ਬੇਟੀ
ਆਂਟੀ ਵੱਲ ਤੱਕਿਆ ਤੱਕ ਨਹੀਂ। ਮੈਂ ਉਸਦੀ ਸਰਾਫਤ ਤੋਂ ਬਹੁਤ ਪ੍ਰਭਾਵਿਤ ਹੋਈ। ਇਸੇ ਤਰ੍ਹਾਂ 1 ਮਹੀਨਾ ਬੀਤ ਗਿਆ ਸੀ ਤੇ ਮੁੰਡਾ ਹੌਲੀ-ਹੌਲੀ ਤੁਰਨ ਲੱਗਾ। ਮੈਂ ਆਪਣੇ ਕਮਰੇ ਵਿੱਚ ਟੀਵੀ ਦੇਖ ਰਹੀ ਸੀ ਅਤੇ ਮੇਰੀ ਧੀ ਉਸ ਸਮੇਂ ਸੌਂ ਰਹੀ ਸੀ। ਫਿਰ ਉਹ ਲੜਕਾ ਮੇਰੇ ਕਮਰੇ ਵਿੱਚ ਆਇਆ ਅਤੇ ਮੈਨੂੰ ਪੁੱਛਿਆ, ਆਂਟੀ, ਕੀ ਮੈਂ ਤੁਹਾਨੂੰ ਕੁਝ ਪੁੱਛ ਸਕਦਾ ਹਾਂ? ਮੈਂ ਕਿਹਾ, ਹਾਂ ਜ਼ਰੂਰ ਪੁੱਛੋ। ਕਿਉਂ ਨਹੀਂ? ਤਾਂ ਉਸਨੇ ਕਿਹਾ, ਆਂਟੀ, ਮੈਨੂੰ ਅਜਿਹਾ ਕਿਉਂ ਲੱਗਦਾ ਹੈ ਜਿਵੇਂ ਤੁਹਾਡੀ ਧੀ ਨਹੀਂ ਦੇਖ ਸਕਦੀ। ਤੁਹਾਡੀ ਧੀ ਬਹੁਤ ਵੱਡੀ ਹੋ ਗਈ ਹੈ। ਤੁਸੀਂ ਉਸਦੀ ਅੱਖਾਂ ਦੀ ਰੌਸ਼ਨੀ ਲਈ ਕੁਝ ਕਰੋ। ਬਿਆਨ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਉਸਨੂੰ ਕਿਹਾ, ਬੇਟਾ, ਮੇਰੀ ਧੀ ਅੰਨ੍ਹੀ ਹੈ ਅਤੇ ਉਹ ਦੇਖ ਨਹੀਂ ਸਕਦੀ। ਇਹ ਸੁਣ ਕੇ ਬਿਆਨ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਂ ਉਸਨੂੰ ਦੱਸਣ ਲੱਗੀ ਕਿ ਜਦੋਂ ਉਹ 4 ਸਾਲ ਦੀ ਸੀ ਮੈਂ ਉਦੋਂ ਤੋਂ ਉਸਦਾ ਇਲਾਜ ਕਰਵਾ ਰਹੀ ਹਾਂ। ਹੁਣ ਉਹ 14 ਸਾਲ ਦੀ ਹੋ ਚੁੱਕੀ ਹੈ, ਪਰ ਹੁਣ ਤੱਕ ਕੋਈ ਫਾਇਦਾ ਨਹੀਂ ਹੋਇਆ। ਉਸਨੇ ਸਿਰ ਹਿਲਾ ਕੇ ਕਿਹਾ, ਆਂਟੀ, ਜਦੋਂ ਇਲਾਜ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਤੁਸੀਂ ਆਪਣੀ ਧੀ ਦਾ ਇਲਾਜ ਅਜੇ ਤੱਕ ਬੰਦ ਕਿਉਂ ਨਹੀਂ ਕੀਤਾ? ਜੇਕਰ ਤੁਸੀਂ ਇਸ ਨੂੰ ਪਰਮਾਤਮਾ ਦੀ ਇੱਛਾ ਸਮਝਦੇ ਹੋਏ ਸਵੀਕਾਰ ਕਰ ਲਿਆ ਹੁੰਦਾ ਤਾਂ ਸ਼ਾਇਦ ਤੁਹਾਨੂੰ ਹੁਣ ਤੱਕ ਸ਼ਾਂਤੀ ਮਿਲ ਜਾਂਦੀ। ਬਿਆਨ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਕਿਹਾ ਕਿ ਤੁਹਾਡੀ ਇਹ ਗੱਲ ਕਹਿਣ ਦੀ ਹਿੰਮਤ ਕਿਵੇਂ ਹੋਈ? ਪਿੰਕੀ ਮੇਰੀ ਇਕਲੌਤੀ ਬੇਟੀ ਹੈ। ਮੈਂ ਮਰਦੇ ਦਮ ਤੱਕ ਆਪਣੀ ਧੀ ਦਾ ਇਲਾਜ ਕਰਵਾਵਾਂਗੀ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ। ਉਹ ਤਾਂ ਮੇਰੀ ਧੀ ਹੈ, ਪਰ ਅਸੀਂ ਤੁਹਾਡੇ ਵਰਗੇ ਇੱਕ ਅਜਨਬੀ ਦਾ ਇਲਾਜ ਵੀ ਕਰ ਰਹੇ ਹਾਂ ਅਤੇ ਇੰਨਾ ਹੀ ਨਹੀਂ, ਅਸੀਂ ਤੁਹਾਨੂੰ ਆਪਣੇ ਘਰ ਵਿੱਚ ਰਹਿਣ ਲਈ ਜਗ੍ਹਾ ਵੀ ਦਿੱਤੀ ਹੈ। ਅਸੀਂ ਤੁਹਾਡੇ ਨਾਲ ਵੀ ਆਪਣਿਆਂ ਵਰਗਾ ਹੀ ਵਿਵਹਾਰ ਕਰਦੇ ਹਾਂ। ਤੁਹਾਨੂੰ ਸ਼ਾਇਦ ਯਾਦ ਨਹੀਂ, ਕਿਉਂਕਿ ਅਸੀਂ ਇਸ ਨੂੰ ਦੇਖਿਆ ਹੈ। ਤੁਹਾਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕੋਈ ਵੀ ਤੁਹਾਨੂੰ ਬਚਾਉਣ ਲਈ ਅੱਗੇ ਨਹੀਂ ਆ ਰਿਹਾ ਸੀ ਅਤੇ ਤੁਹਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ। ਜੋ ਮੇਰੇ ਪਤੀ ਨੇ ਤੁਹਾਡੀ ਮਦਦ ਨਾ ਕੀਤੀ ਹੁੰਦੀ ਤਾਂ ਕਿ ਅਸੀਂ ਤੁਹਾਨੂੰ ਉੱਥੇ ਛੱਡ ਦਿੰਦੇ ਅਤੇ ਵਾਪਸ ਆ ਜਾਂਦੇ। ਅਤੇ ਹੁਣ ਤੁਹਾਡੀ ਯਾਦਾਸ਼ਤ ਖਤਮ ਹੋ ਗਈ ਹੈ ਅਤੇ ਸਾਨੂੰ ਨਹੀਂ ਪਤਾ ਕਿ ਤੁਹਾਡਾ ਇਲਾਜ ਕਿੰਨਾ ਚਿਰ ਚੱਲੇਗਾ, ਤਾਂ ਕਿ ਅਸੀਂ ਇਹ ਸੋਚ ਕੇ ਤੁਹਾਡਾ ਇਲਾਜ ਬੰਦ ਕਰ ਦਈਏ ਕਿ ਇਹ ਵੀ ਰੱਬ ਦੀ ਮਰਜ਼ੀ ਹੈ ਅਤੇ ਤੁਹਾਨੂੰ ਆਪਣੇ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਮੇਰੀ ਜਵਾਨ ਧੀ ਘਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਅਸੀਂ ਤੁਹਾਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ ਹੈ। ਬਿਆਨ ਦੀਆਂ ਗੱਲਾਂ ਨੇ ਮੇਰੇ ਦਿਲ ਤੇ ਸੱਟ ਮਾਰੀ, ਕਿਉਂਕਿ ਬਿਆਨ ਨੇ ਮੈਨੂੰ ਜੋ ਕਿਹਾ ਸੀ ਉਸ ਤਰ੍ਹਾਂ ਦੀ ਗੱਲ ਮੈਨੂੰ ਕਦੇ ਕਿਸੇ ਨੇ ਨਹੀਂ ਕਹੀ ਸੀ। ਅਤੇ ਫਿਰ ਉਹ ਅਣਜਾਣ ਲੜਕਾ ਜਿਸ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਕਿ ਉਹ ਕਿਵੇਂ ਹੈ। ਮੈਂ ਆਪਣੀ ਧੀ ਨੂੰ ਦੇਖ ਕੇ ਮੁਸ਼ਕਲ ਵਿੱਚ ਹਾਂ ਅਤੇ ਮੈਂ ਕਿਸ ਤਰ੍ਹਾਂ ਸਥਿਤੀ ਦਾ ਸਾਹਮਣਾ ਕਰਾਂਗੀ। ਉਹ ਮੈਨੂੰ ਅਜਿਹੀ ਰਾਏ ਕਿਵੇਂ ਦੇ ਸਕਦਾ ਹੈ? ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਬਿਨਾਂ ਸੋਚੇ ਹੀ ਬੋਲਦੀ ਰਹੀ। ਬਿਆਨ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸਨੇ ਕਿਹਾ, ਆਂਟੀ, ਮੇਰਾ ਇਰਾਦਾ ਤੁਹਾਨੂੰ ਦੁਖੀ ਕਰਨਾ ਨਹੀਂ ਸੀ। ਜੇਕਰ ਤੁਹਾਨੂੰ ਮੇਰੀ ਗੱਲ ਬੁਰੀ ਲੱਗੀ ਤਾਂ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ। ਮੈਂ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਿਆ ਹਾਂ ਅਤੇ ਜਿੱਥੋਂ ਤੱਕ ਮੇਰੀ ਯਾਦਾਸ਼ਤ ਦਾ ਸੰਬੰਧ ਹੈ ਇਹ ਵੀ ਹੌਲੀ-ਹੌਲੀ ਵਾਪਸ ਆ ਜਾਵੇਗੀ। ਪਰ ਉਦੋਂ ਤੱਕ ਮੈਂ ਤੁਹਾਡੇ ਸਾਰਿਆਂ ਤੇ ਬੋਝ ਨਹੀਂ ਬਣਨਾ ਚਾਹੁੰਦਾ। ਮੈਂ ਇੱਥੋਂ ਜਾਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਇੱਕ ਇੱਜ਼ਤਦਾਰ ਇਲਾਕੇ ਵਿੱਚ ਰਹਿੰਦੇ ਹੋ ਅਤੇ ਤੁਹਾਡੀ ਇੱਕ ਜਵਾਨ ਧੀ ਵੀ ਹੈ। ਲੋਕ ਬਦਨਾਮ ਕਰਨ ਵਿੱਚ ਟਾਈਮ ਨਹੀਂ ਲਾਉਂਦੇ, ਇਸ ਲਈ ਮੈਂ ਇੱਥੋਂ ਜਾ ਰਿਹਾ ਹਾਂ। ਮੈਂ ਇੱਥੋਂ ਅੰਕਲ ਦੇ ਸਾਹਮਣੇ ਨਹੀਂ ਜਾ ਸਕਦਾ, ਨਹੀਂ ਤਾਂ ਉਹ ਮੈਨੂੰ ਰੋਕ ਲੈਣਗੇ ਅਤੇ ਮੈਨੂੰ ਜਾਣ ਨਹੀਂ ਦੇਣਗੇ। ਤੁਸੀਂ ਉਹਨਾਂ ਨੂੰ ਮੇਰੀ ਤਰਫੋਂ ਧੰਨਵਾਦ ਕਹਿਣਾ। ਜੇ ਪ੍ਰਮਾਤਮਾ ਨੇ ਚਾਹਿਆ ਤਾਂ ਦੁਬਾਰਾ ਮਿਲਾਂਗੇ ਅਤੇ ਮੈਨੂੰ ਤੁਹਾਡੇ ਨਾਲ ਰਹਿ ਕੇ ਬਹੁਤ ਚੰਗਾ ਲੱਗਾ। ਇਹ ਕਹਿ ਕੇ ਬਿਆਨ ਮੇਰੇ ਕੋਲੋਂ ਉੱਠ ਕੇ ਚਲਾ ਗਿਆ। ਮੈਂ ਅਜੇ ਵੀ ਗੁੱਸੇ ਵਿੱਚ ਬੈਠੀ ਸੋਚ ਰਹੀ ਸੀ ਕਿ ਉਸਨੇ ਮੈਨੂੰ ਕਿਉਂ ਕਿਹਾ ਕਿ ਮੈਨੂੰ ਆਪਣੀ ਧੀ ਦੀ ਬੇਬਸੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਇਸ ਨੂੰ ਰੱਬ ਦੀ ਰਜ਼ਾ ਮੰਨ ਲੈਣਾ ਚਾਹੀਦਾ ਹੈ। ਉਸਨੇ ਮੈਨੂੰ ਦਿਲਾਸਾ ਕਿਉਂ ਨਹੀਂ ਦਿੱਤਾ ਅਤੇ ਇਹ ਕਿਉਂ ਨਹੀਂ ਕਿਹਾ ਕਿ ਆਂਟੀ, ਤੁਹਾਡੀ ਧੀ ਇੱਕ ਦਿਨ ਠੀਕ ਹੋ ਜਾਵੇਗੀ ਅਤੇ ਤੁਹਾਡੇ ਵਰਗੀ ਮਾਂ ਤੇ ਮਾਣ ਹੈ ਜਿਸ ਨੇ ਅਜੇ ਤੱਕ ਹਿੰਮਤ ਨਹੀਂ ਹਾਰੀ। ਤੁਸੀਂ ਇੱਕ ਅਜਿਹੀ ਮਾਂ ਹੋ ਜਿਸ ਨੇ ਆਪਣੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਧੀ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ। ਮੈਂ ਇਹ ਸਭ ਕੁਝ ਸੋਚਦੀ ਰਹੀ ਤੇ ਰੋਂਦੀ ਰਹੀ। ਮੇਰੀ ਧੀ ਕੁਝ ਦੇਰ ਬਾਅਦ ਉੱਠੀ ਅਤੇ ਥੋੜੀ ਪਰੇਸ਼ਾਨ ਦਿਖਾਈ ਦੇ ਰਹੀ ਸੀ। ਜਦੋਂ ਮੈਂ ਪੁੱਛਿਆ ਕਿ ਕੀ ਹੋਇਆ ਤਾਂ ਉਹ ਬੋਲੀ, ਮਾਂ, ਲੱਗਦਾ ਹੈ ਬਿਹਾਨ ਭਰਾ ਘਰ ਨਹੀਂ ਹੈ।
ਮਾਂ ਬਿਹਾਨ ਭਰਾ ਕਿੱਥੇ ਗਿਆ ਹੈ ਅਤੇ ਜੇ ਉਹ ਘਰ ਹੈ ਤਾਂ ਉਹ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ। ਮੈਂ ਪਿੰਕੀ ਨੂੰ ਕਿਹਾ, ਬੇਟਾ ਤੂੰ ਆਰਾਮ ਕਰ, ਉਹ ਇੱਥੇ ਹੀ ਕਿਤੇ ਹੋਵੇਗਾ। ਮੈਂ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਕੰਮ ਵਿੱਚ ਰੁੱਝ ਗਈ। ਮੇਰੀ ਧੀ ਫਿਰ ਮੈਨੂੰ ਵਾਰ-ਵਾਰ ਇਸ ਬਾਰੇ ਪੁੱਛਣ ਲੱਗੀ ਤਾਂ ਮੈਂ ਉਸ ਨੂੰ ਕਿਹਾ, ਬੇਟਾ ਉਹ ਠੀਕ ਹੈ, ਇਸ ਲਈ ਉਹ ਆਪਣੇ ਘਰ ਵਾਪਸ ਚਲਾ ਗਿਆ। ਹੁਣ ਉਹ ਕਦੇ ਸਾਡੇ ਘਰ ਨਹੀਂ ਆਵੇਗਾ। ਮੈਨੂੰ ਲੱਗਦਾ ਕਿ ਮੇਰੀ ਧੀ ਇੱਕਦਮ ਉਦਾਸ ਹੋ ਗਈ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਅਤੇ ਉਹ ਮੈਨੂੰ ਕਹਿਣ ਲੱਗੀ, ਮਾਂ ਬਿਆਨ ਭਰਾ ਨੂੰ ਇਸ ਤਰ੍ਹਾਂ ਸਾਡਾ ਘਰ ਨਹੀਂ ਛੱਡਣਾ ਚਾਹੀਦਾ ਸੀ ਅਤੇ ਉਹ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਵੀ ਨਹੀਂ ਗਿਆ। ਮੇਰੀ ਧੀ ਦਾ ਉਸ ਨਾਲ ਮੋਹ ਪੈ ਗਿਆ ਸੀ ਕਿਉਂਕਿ ਉਹ ਮੇਰੀ ਧੀ ਨਾਲ ਗੱਲ ਕਰਦਾ ਰਹਿੰਦਾ ਸੀ। ਇਹ ਕਹਿ ਕੇ ਮੇਰੀ ਧੀ ਆਪਣੇ ਕਮਰੇ ਵਿੱਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਇੰਜ ਲੱਗਦਾ ਸੀ ਜਿਵੇਂ ਮੇਰੇ ਹੋਸ਼ ਮੁੜ ਆਉਣ ਲੱਗੇ। ਮੈਨੂੰ ਆਪਣੇ ਕੀਤੇ ਦਾ ਪਛਤਾਵਾ ਹੋਣ ਲੱਗਾ। ਮੈਨੂੰ ਨਹੀਂ ਪਤਾ ਕਿ ਮੈਂ ਉਸ ਲੜਕੇ ਨਾਲ ਇੰਨੀ ਮਾੜੀ ਗੱਲ ਕਿਵੇਂ ਕੀਤੀ ਕਿ ਉਹ ਮੇਰਾ ਘਰ ਛੱਡ ਗਿਆ। ਹੁਣ ਜੇ ਮੇਰੇ ਪਤੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਮੇਰੇ ਨਾਲ ਬਹੁਤ ਗੁੱਸੇ ਹੋ ਜਾਣਾ ਸੀ ਅਤੇ ਮੇਰੀ ਧੀ ਵੀ ਬਿਆਨ ਦੇ ਜਾਣ ਕਾਰਨ ਉਦਾਸ ਹੋ ਗਈ ਸੀ। ਮੈਂ ਬਹੁਤ ਪਰੇਸ਼ਾਨ ਸੀ। ਹੁਣ ਇਹ ਖਤਮ ਹੋ ਗਿਆ ਸੀ। ਜਦੋਂ ਮੇਰੇ ਪਤੀ ਸ਼ਾਮ ਨੂੰ ਦਫ਼ਤਰ ਤੋਂ ਘਰ ਆਏ ਤਾਂ ਸਭ ਤੋਂ ਪਹਿਲਾਂ ਉਹ ਬਿਆਨ ਬਾਰੇ ਪੁੱਛਣ ਲੱਗੇ। ਮੈਂ ਘਬਰਾ ਗਈ ਅਤੇ ਕਿਹਾ ਕਿ ਬਿਆਨ ਦੀ ਯਾਦਾਸ਼ਤ ਵਾਪਸ ਆ ਗਈ ਸੀ, ਇਸ ਲਈ ਉਹ ਆਪਣੇ ਪਰਿਵਾਰ ਕੋਲ ਵਾਪਸ ਚਲਾ ਗਿਆ। ਮੇਰੇ ਪਤੀ ਦੀਆਂ ਅੱਖਾਂ ਵਿੱਚ ਸ਼ਿਕਾਇਤ ਸਾਫ਼ ਦਿਖਾਈ ਦੇ ਰਹੀ ਸੀ। ਉਹ ਕਹਿਣ ਲੱਗਾ, ਸ਼ਿਲਪਾ ਮੈਨੂੰ ਬਿਆਨ ਤੋਂ ਇਹ ਉਮੀਦ ਨਹੀਂ ਸੀ, ਤੁਸੀਂ ਉਸ ਨੂੰ ਕੁਝ ਨਹੀਂ ਦੱਸਿਆ। ਮੈਂ ਘਬਰਾ ਗਈ ਅਤੇ ਨਜ਼ਰਾਂ ਚੁਰਾਉਣ ਲੱਗੀ। ਮੁਕੇਸ਼ ਕਹਿਣ ਲੱਗਾ, ਸ਼ਿਲਪਾ ਮੈਨੂੰ ਉਹ ਲੜਕਾ ਬਹੁਤ ਪਸੰਦ ਆਉਣ ਲੱਗਾ ਸੀ। ਇੰਜ ਲੱਗਦਾ ਸੀ ਜਿਵੇਂ ਉਹ ਮੇਰਾ ਆਪਣਾ ਪੁੱਤਰ ਹੋਵੇ। ਇਹ ਚੰਗਾ ਹੈ ਕਿ ਉਹ ਠੀਕ ਹੋ ਗਿਆ। ਵੈਸੇ ਵੀ ਉਸਨੇ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਕੋਲ ਜਾਣਾ ਹੀ ਸੀ, ਪਰ ਮੈਨੂੰ ਉਸ ਤੋਂ ਸਿਰਫ ਇਹੀ ਸ਼ਿਕਾਇਤ ਹੈ ਕਿ ਉਹ ਮੈਨੂੰ ਆਖਰੀ ਵਾਰ ਮਿਲ ਕੇ ਵੀ ਨਹੀਂ ਗਿਆ। ਉਹ ਜਿੱਥੇ ਵੀ ਰਹੇ ਖੁਸ਼ ਰਹੇ। ਮੈਂ ਆਪਣੇ ਪਤੀ ਕੋਲੋਂ ਉੱਠ ਕੇ ਰਸੋਈ ਵਿੱਚ ਆ ਗਈ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਉਸ ਤੋਂ ਬਾਅਦ ਮੁਕੇਸ਼ ਨੇ ਮੇਰੇ ਨਾਲ ਬਿਆਨ ਬਾਰੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਸ ਦੀ ਇੱਕ ਬਹੁਤ ਚੰਗੀ ਆਦਤ ਸੀ ਕਿ ਉਹ ਮੈਨੂੰ ਬਹੁਤਾ ਸ਼ਰਮਿੰਦਾ ਨਹੀਂ ਕਰਦਾ ਸੀ। ਉਹ ਹਮੇਸ਼ਾ ਮੇਰੀਆਂ ਗਲਤੀਆਂ ਨੂੰ ਮਾਫ਼ ਕਰਦਾ ਸੀ ਅਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਰ ਮੈਂ ਬਿਆਨ ਲਈ ਅੰਦਰੋਂ ਬਹੁਤ ਦੁੱਖ ਵਿੱਚ ਸੀ। ਉਹ ਬਹੁਤ ਵਧੀਆ ਮੁੰਡਾ ਸੀ। ਉਸ ਦੇ ਵਿਵਹਾਰ ਤੋਂ ਪਤਾ ਚੱਲਦਾ ਸੀ ਕਿ ਉਹ ਪੜ੍ਹੇ ਲਿਖੇ ਅਤੇ ਚੰਗੇ ਪਰਿਵਾਰ ਨਾਲ ਸੰਬੰਧਿਤ ਹੋਣਾ। ਬਿਆਨ ਦੇ ਜਾਣ ਤੋਂ ਬਾਅਦ ਪਿੰਕੀ ਵੀ ਬਹੁਤ ਸ਼ਾਂਤ ਰਹਿਣ ਲੱਗੀ ਅਤੇ ਮੈਂ ਉਸ ਦੀ ਹਾਲਤ ਚੰਗੀ ਤਰ੍ਹਾਂ ਦੇਖ ਸਕਦੀ ਸੀ ਤੇ ਮੈਨੂੰ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਇਹ ਹਾਲਤ ਕਿਵੇਂ ਹੋ ਗਈ। ਹੁਣ ਘਰ ਵਿੱਚ ਬਹੁਤ ਹੀ ਉਦਾਸ ਮਾਹੌਲ ਸੀ। ਇੱਕ ਦਿਨ ਮੇਰੇ ਪਤੀ ਦੀ ਛੋਟੀ ਭੈਣ ਸਾਡੇ ਘਰ ਆਈ। ਉਸ ਦਾ ਵਿਆਹ ਬਿਜਨੌਰ 'ਚ ਹੋਇਆ ਸੀ, ਇਸ ਲਈ ਉਹ 2 ਦਿਨਾਂ ਲਈ ਸਾਡੇ ਘਰ ਆਈ ਸੀ। ਅੱਜ ਉਸ ਦੇ ਜਾਣ ਦਾ ਦਿਨ ਸੀ। ਉਹ ਸ਼ਾਮ 4 ਵਜੇ ਜਾਣ ਵਾਲੀ ਸੀ। ਉਸਨੇ ਮੈਨੂੰ ਕਿਹਾ ਕਿ ਭਾਬੀ ਤੁਹਾਨੂੰ ਪਤਾ ਹੈ ਕਿ ਬਿਜਨੌਰ ਵਿੱਚ ਰਹਿਣ ਵਾਲਾ ਇੱਕ ਤਾਂਤਰਿਕ ਬਾਬਾ ਤੁਹਾਡੇ ਸ਼ਹਿਰ ਵਿੱਚ ਆਇਆ ਹੈ ਅਤੇ ਉਹ ਇੱਥੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਇਆ ਹੈ। ਉਸ ਦੀ ਉਮਰ ਅਤੇ ਤਜਰਬਾ ਬਹੁਤ ਜ਼ਿਆਦਾ ਹੈ। ਜਿਨ੍ਹਾਂ ਲੋਕਾਂ ਨੂੰ ਕਿਸੇ ਤੋਂ ਵੀ ਉਮੀਦ ਨਹੀਂ ਹੁੰਦੀ ਉਹ ਵੀ ਉਹਨਾਂ ਤੋਂ ਉਮੀਦ ਰੱਖਦੇ ਹਨ। ਗੂੰਗੇ ਬੋਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਅੰਨੇ ਵੇਖਣ ਲੱਗ ਪੈਂਦੇ ਹਨ। ਉਹ ਥੋੜੇ ਪੈਸੇ ਜ਼ਿਆਦਾ ਵਸੂਲਦੇ ਹਨ ਪਰ ਚੰਗਾ ਕੰਮ ਕਰਦੇ ਹਨ ਅਤੇ ਵੈਸੇ ਵੀ ਤੁਸੀਂ ਆਪਣੀ ਧੀ ਤੇ ਪਹਿਲਾਂ ਹੀ ਬਹੁਤ ਸਾਰਾ ਪੈਸਾ ਖਰਚ ਕਰ ਚੁੱਕੇ ਹੋ। ਤੁਸੀਂ ਅੱਜ ਤੱਕ ਪਿੰਕੀ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ। ਮੈਨੂੰ ਉਮੀਦ ਹੈ ਕਿ ਤਾਂਤਰਿਕ ਬਾਬੇ ਦੇ ਇਲਾਜ ਨਾਲ ਸਾਡੀ ਪਿੰਕੀ ਵੀ ਦੇਖਣ ਲੱਗੇਗੀ। ਮੇਰੀ ਨਣਦ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੈਨੂੰ ਉਮੀਦ ਦੀ ਕਿਰਨ ਦਿਖਾਈ ਦੇਣ ਲੱਗੀ। ਇੰਜ ਲੱਗਦਾ ਸੀ ਜਿਵੇਂ ਕੋਈ ਦਿਨਾਂ ਦੇ ਹਨੇਰੇ ਤੋਂ ਬਾਅਦ ਕੋਈ ਰੌਸ਼ਨੀ ਦਿਖਾਈ ਦੇਣ ਲੱਗੀ ਹੋਵੇ। ਮੈਂ ਕਾਜਲ ਨੂੰ ਪੁੱਛਣ ਲੱਗੀ ਕਿ ਉਹ ਤਾਂਤਰਿਕ ਬਾਬਾ ਇੰਨਾ ਚੰਗਾ ਹੈ ਕਿ ਮੇਰੀ ਧੀ ਠੀਕ ਹੋ ਜਾਵੇਗੀ ਅਤੇ ਉਹ ਆਪਣੀਆਂ ਅੱਖਾਂ ਨਾਲ ਦੇਖਣ ਲੱਗ ਜਾਵੇਗੀ। ਤਾਂ ਨਣਦ ਨੇ ਕਿਹਾ, ਉਹ ਤਾਂਤਰਿਕ ਬਾਬਾ ਸਾਡੇ ਬਿਜਨੌਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਉਹ ਇੱਥੇ ਸਿਰਫ 1 ਮਹੀਨੇ ਲਈ ਆਉਂਦੇ ਹਨ ਅਤੇ ਇੱਥੇ ਹੁਣੇ ਪਹੁੰਚੇ ਹਨ, ਇਸ ਤੋਂ ਪਹਿਲਾਂ ਕਿ ਉਹ ਇੱਥੋਂ ਚਲੇ ਜਾਣ। ਤੁਸੀਂ ਉਸ ਦਾ ਫਾਇਦਾ ਉਠਾਓ ਅਤੇ ਸਾਡੀ ਪਿੰਕੀ ਜ਼ਰੂਰ ਉਸ ਤੋਂ ਠੀਕ ਹੋ ਜਾਵੇਗੀ। ਤੁਹਾਨੂੰ ਪਤਾ ਹੈ ਮੇਰੀ ਦਰਾਣੀ ਦੇ ਵੀ ਬੱਚਾ ਨਹੀਂ ਸੀ। ਵਿਆਹ ਦੇ 9 ਸਾਲ ਬਾਅਦ ਜਦੋਂ ਉਸਨੇ ਤਾਂਤਰਿਕ ਬਾਬਾ ਤੋਂ ਇਲਾਜ ਕਰਵਾਇਆ ਤਾਂ ਉਸਨੇ ਬੇਟੀ ਨੂੰ ਜਨਮ ਦਿੱਤਾ। ਆਪਣੀ ਨਣਦ ਦੀ
ਇਹ ਗੱਲ ਸੁਣ ਕੇ ਮੈਨੂੰ ਆਪਣੀ ਆਸ ਵੱਧਦੀ ਮਹਿਸੂਸ ਹੋਈ। ਮੈਂ ਉਸ ਤਾਂਤਰਿਕ ਬਾਬੇ ਦੀ ਸਾਰੀ ਜਾਣਕਾਰੀ ਕਾਜਲ ਤੋਂ ਲੈ ਲਈ ਸੀ। ਸ਼ਾਮ 4 ਵਜੇ ਤੱਕ ਮੇਰੀ ਨਣਦ ਆਪਣੇ ਪਤੀ ਨਾਲ ਬਿਜਨੌਰ ਸਥਿਤ ਆਪਣੇ ਸਹੁਰੇ ਘਰ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਜਦੋਂ ਮੇਰਾ ਪਤੀ ਦਫ਼ਤਰ ਤੋਂ ਘਰ ਆਇਆ ਤਾਂ ਮੈਂ ਉਸ ਨੂੰ ਆਪਣੀ ਨਣਦ ਵੱਲੋਂ ਦੱਸੇ ਤਾਂਤਰਿਕ ਬਾਬਾ ਬਾਰੇ ਦੱਸਿਆ। ਮੈਂ ਆਪਣੇ ਪਤੀ ਮੁਕੇਸ਼ ਨੂੰ ਦੱਸਿਆ ਕਿ ਅੱਜ ਕਾਜਲ ਦੱਸ ਰਹੀ ਸੀ ਕਿ ਬਿਜਨੌਰ ਦੇ ਸਾਡੇ ਸ਼ਹਿਰ ਵਿੱਚ ਇੱਕ ਤਾਂਤਰਿਕ ਬਾਬਾ ਆਇਆ ਹੈ। ਉਸ ਦੇ ਇਲਾਜ ਨਾਲ ਹਰ ਕੋਈ ਠੀਕ ਹੋ ਜਾਂਦਾ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਆਓ। ਅਸੀਂ ਆਪਣੀ ਧੀ ਨੂੰ ਵੀ ਉਸ ਤਾਂਤਰਿਕ ਬਾਬੇ ਕੋਲ ਲੈ ਜਾਵਾਂਗੇ। ਮੈਨੂੰ ਉਸ ਤਾਂਤਰਿਕ ਬਾਬਾ ਤੋਂ ਬਹੁਤ ਉਮੀਦਾਂ ਹਨ, ਪਰ ਮੁਕੇਸ਼ ਦਾ ਤਾਂਤਰਿਕ ਬਾਬੇ ਪ੍ਰਤੀ ਵਤੀਰਾ ਅਜੀਬ ਲੱਗ ਰਿਹਾ ਸੀ। ਉਸ ਨੂੰ ਇਹ ਸਭ ਪਸੰਦ ਨਹੀਂ ਸੀ। ਮੈਂ ਕਿਹਾ, ਮੁਕੇਸ਼, ਪੈਸਿਆਂ ਦੀ ਚਿੰਤਾ ਨਾ ਕਰ, ਮੈਂ ਆਪਣੇ ਗਹਿਣੇ ਵੇਚ ਦਿਆਂਗੀ, ਪਰ ਆਪਣੀ ਧੀ ਦਾ ਇਲਾਜ ਕਰਵਾਵਾਂਗੀ। ਮੁਕੇਸ਼ ਕਹਿਣ ਲੱਗਾ, ਸ਼ਿਲਪਾ, ਕੀ ਮੈਂ ਅੱਜ ਤੱਕ ਕਦੇ ਪੈਸੇ ਦੀ ਪਰਵਾਹ ਕੀਤੀ ਹੈ? ਮੈਨੂੰ ਇਹ ਸੋਚ ਕੇ ਚਿੰਤਾ ਹੋ ਰਹੀ ਹੈ ਕਿ ਅਸੀਂ ਅੱਜ ਤੱਕ ਆਪਣੀ ਧੀ ਨੂੰ ਕਿੰਨੀਆਂ ਦਵਾਈਆਂ ਦਿੱਤੀਆਂ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ, ਪਰ ਅੱਜ ਤੱਕ ਕੋਈ ਅਸਰ ਨਹੀਂ ਹੋਇਆ। ਅਜਿਹਾ ਨਾ ਹੋਵੇ ਕਿ ਸਾਡੀ ਧੀ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਮੈਨੂੰ ਮੁਕੇਸ਼ ਦੀਆਂ ਗੱਲਾਂ ਵਿੱਚ ਵੀਰਾਨ ਦਾ ਚਿਹਰਾ ਦਿਸਣ ਲੱਗਾ। ਉਹ ਬਿਲਕੁਲ ਉਸ ਵਾਂਗ ਹੀ ਗੱਲ ਕਰ ਰਿਹਾ ਸੀ। ਮੈਂ ਗੁੱਸੇ ਨਾਲ ਖੜੀ ਹੋ ਕੇ ਮੁਕੇਸ਼ ਨੂੰ ਕਿਹਾ, ਮੈਨੂੰ ਕੁਝ ਨਹੀਂ ਪਤਾ। ਕੁਝ ਵੀ ਕਰ, ਕੱਲ ਨੂੰ ਤੁਸੀਂ ਦਫ਼ਤਰ ਤੋਂ ਜਲਦੀ ਆ ਜਾਇਓ ਅਤੇ ਮੈਂ ਉਸ ਤਾਂਤਰਿਕ ਬਾਬੇ ਨਾਲ ਸੰਪਰਕ ਕਰਾਂਗੀ। ਉਸ ਨੂੰ ਤਾਂਤਰਿਕ ਬਾਬੇ ਕੋਲ ਲੈ ਕੇ ਜਾਵਾਂਗੀ। ਫੈਸਲਾ ਹੋ ਗਿਆ ਹੈ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਜਿਵੇਂ ਮੈਂ ਕਿਹਾ ਹੈ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੁਕੇਸ਼ ਕਦੇ ਵੀ ਮੇਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਉਹ ਹਮੇਸ਼ਾ ਮੇਰੀਆਂ ਉਮੀਦਾਂ ਤੇ ਖਰਾ ਉਤਰਿਆ। ਅਗਲੇ ਦਿਨ ਉਹ ਦਫ਼ਤਰ ਤੋਂ ਜਲਦੀ ਘਰ ਆ ਗਿਆ। ਅਸੀਂ ਸ਼ਾਮ 4 ਵਜੇ ਆਪਣੀ ਧੀ ਨੂੰ ਤਾਂਤਰਿਕ ਬਾਬਾ ਕੋਲ ਲੈ ਗਏ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਅੱਜ ਪਿੰਕੀ ਵੀ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਰਹੀ ਸੀ। ਕਹਿ ਰਹੀ ਸੀ ਕਿ ਮੈਂ ਆਪਣਾ ਇਲਾਜ ਕਰਵਾ ਕੇ ਥੱਕ ਗਈ ਹਾਂ, ਹੁਣ ਮੇਰਾ ਕਿਤੇ ਜਾਣ ਲਈ ਦਿਲ ਨਹੀਂ ਕਰਦਾ। ਮੇਰੇ ਅੰਦਰ ਜੋ ਵੀ ਕਮੀਆਂ ਹਨ ਮੈਂ ਉਹਨਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਤੁਸੀਂ ਮੈਨੂੰ ਮੇਰੀ ਕਿਸਮਤ ਤੇ ਛੱਡ ਦਿਓ। ਬੇਟੀ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਆਪਣੀ ਧੀ ਨੂੰ ਨਾਲ ਲੈ ਜਾਣ ਲਈ ਹੱਥ ਜੋੜ ਕੇ ਉਸ ਦੇ ਸਾਹਮਣੇ ਖੜੀ ਹੋ ਗਈ ਅਤੇ ਕਿਹਾ, ਬੇਟੀ, ਅੱਜ ਮੈਨੂੰ ਇੱਕ ਆਖਰੀ ਮੌਕਾ ਦਿਓ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਤੇ ਜਾਣ ਲਈ ਨਹੀਂ ਕਹਾਂਗੀ। ਉਹ ਮੇਰੀ ਗੱਲ ਮੰਨ ਗਈ ਅਤੇ ਅਸੀਂ ਤਾਂਤਰਿਕ ਬਾਬਾ ਕੋਲ ਚਲੇ ਗਏ। ਉੱਥੇ ਭਾਰੀ ਭੀੜ ਸੀ। ਇੰਜ ਲੱਗ ਰਿਹਾ ਸੀ ਕਿ ਸਾਡੀ ਵਾਰੀ ਕਾਫੀ ਸਮੇਂ ਬਾਅਦ ਆਉਣ ਵਾਲੀ ਹੈ। ਮੈਂ ਆਪਣੇ ਪਤੀ ਵੱਲ ਦੇਖਿਆ ਅਤੇ ਕਿਹਾ, ਤੁਸੀਂ ਦੇਖਿਆ ਕਿ ਇੱਥੇ ਕਿੰਨੀ ਭੀੜ ਹੈ। ਇਹ ਸਾਰੇ ਲੋਕ ਇੱਥੇ ਆਪਣਾ ਸਮਾਂ ਬਰਬਾਦ ਕਰਨ ਲਈ ਨਹੀਂ ਆਏ ਸਨ। ਇਹਨਾਂ ਲੋਕਾਂ ਨੂੰ ਵੀ ਇੱਥੇ ਫਾਇਦਾ ਹੁੰਦਾ ਹੈ ਅਤੇ ਇਸੇ ਲਈ ਉਹ ਇੱਥੇ ਆਏ ਹਨ। ਮੇਰਾ ਪਤੀ ਵੀ ਭੀੜ ਨੂੰ ਧਿਆਨ ਨਾਲ ਦੇਖ ਰਿਹਾ ਸੀ ਅਤੇ ਸਿਰ ਹਿਲਾਇਆ। ਸਾਡੀ ਵਾਰੀ ਆਉਣ ਵਿੱਚ ਅਜੇ ਕਾਫੀ ਸਮਾਂ ਸੀ ਕਿਉਂਕਿ ਉੱਥੇ ਕਾਫੀ ਲੰਬੀ ਲਾਈਨ ਸੀ। 7:30 ਵੱਜ ਚੁੱਕੇ ਸਨ ਜਦੋਂ ਸਾਡੀ ਵਾਰੀ ਆਈ। ਬਾਬੇ ਕੋਲ ਪਹੁੰਚ ਕੇ ਅਸੀਂ ਆਪਣੀ ਧੀ ਪਿੰਕੀ ਨੂੰ ਅੱਗੇ ਕਰ ਦਿੱਤਾ ਤੇ ਦੱਸਿਆ ਕਿ ਮੇਰੀ ਧੀ ਬਚਪਨ ਤੋਂ ਹੀ ਅੰਨ੍ਹੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਵੇ ਅਤੇ ਉਹ ਦੁਨੀਆ ਨੂੰ ਦੇਖ ਸਕੇ। ਜਿਵੇਂ ਹੀ ਤਾਂਤਰਿਕ ਬਾਬੇ ਨੇ ਮੇਰੀ ਬੇਟੀ ਨੂੰ ਦੇਖਿਆ, ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਾਨ ਆ ਗਈ। ਉਹ ਮੁਸਕਰਾ ਕੇ ਬੋਲਿਆ, ਭੈਣ ਜੀ, ਤੁਸੀਂ ਆਪਣੀ ਧੀ ਨੂੰ ਸਹੀ ਥਾਂ ਤੇ ਲੈ ਕੇ ਆਏ ਹੋ। ਤੁਹਾਡੀ ਬੇਟੀ ਮੇਰੇ ਲਈ ਬਹੁਤ ਖਾਸ ਹੈ। ਮੈਂ ਵੀ ਇਸ ਦਾ ਖਾਸ ਤਰੀਕੇ ਨਾਲ ਇਲਾਜ ਕਰਨਾ ਚਾਹੁੰਦਾ ਹਾਂ। ਤੁਸੀਂ ਦੇਖਿਆ ਹੈ ਕਿ ਮੈਂ ਸਾਰੇ ਲੋਕਾਂ ਨੂੰ ਇੱਥੇ ਬੁਲਾ ਕੇ ਇਲਾਜ ਕੀਤਾ, ਪਰ ਮੈਂ ਤੁਹਾਡੇ ਘਰ ਆ ਕੇ ਤੁਹਾਡੀ ਧੀ ਦਾ ਇਲਾਜ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਆਪਣਾ ਪਤਾ ਦੱਸੋ ਤਾਂ ਜੋ ਮੈਂ ਇਸ ਲੜਕੀ ਦਾ ਆਰਾਮ ਨਾਲ ਇਲਾਜ ਕਰ ਸਕਾਂ। ਮੇਰੇ ਪਤੀ ਨੇ ਇੱਕ ਪਰਚੀ ਤੇ ਸਾਡੇ ਘਰ ਦਾ ਪਤਾ ਲਿਖ ਕੇ ਉਹਨਾਂ ਨੂੰ ਦਿੱਤਾ। ਬਾਬੇ ਨੇ ਮੇਰੇ ਵੱਲ ਦੇਖ ਕੇ ਕਿਹਾ, ਭੈਣ ਜੀ, ਤੁਹਾਡੀ ਬੇਟੀ ਦੀ ਅੱਖਾਂ ਦੀ ਰੋਸ਼ਨੀ ਜਲਦੀ ਆ ਜਾਵੇਗੀ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮੇਰੇ ਬਾਰੇ ਦੱਸਣਾ ਹੋਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਮੇਰੇ ਕੋਲ ਆ ਸਕਣ ਅਤੇ ਸਿਹਤਮੰਦ ਹੋ ਸਕਣ। ਤੁਸੀਂ ਕੱਲ ਨੂੰ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਿਓ। ਮੈਂ ਤੁਹਾਡੇ ਘਰ ਪਹੁੰਚ ਜਾਵਾਂਗਾ। ਮੈਂ ਉੱਥੋਂ ਬਹੁਤ ਖੁਸ਼ ਹੋ ਕੇ ਵਾਪਸ ਆਈ, ਪਰ ਮੇਰਾ ਪਤੀ ਮੁਕੇਸ਼ ਥੋੜਾ ਉਦਾਸ ਨਜ਼ਰ ਆ ਰਿਹਾ ਸੀ ਤੇ ਮੈਨੂੰ ਕਹਿਣ ਲੱਗੇ, ਸ਼ਿਲਪਾ, ਮੈਨੂੰ ਇਹ ਬਾਬਾ ਕੁਝ ਠੀਕ ਨਹੀਂ ਲੱਗ ਰਿਹਾ। ਮੈਨੂੰ ਤਾਂ ਉਹ ਦੇਖਣ ਤੋਂ ਹੀ ਪਖੰਡੀ ਲੱਗਦਾ ਹੈ। ਮੈਂ ਉਸ ਨੂੰ ਝਿੜਕਦਿਆਂ ਕਿਹਾ, ਮੁਕੇਸ਼, ਤੁਸੀਂ ਆਪਣੀ ਹੱਦ ਪਾਰ ਕਰ ਰਹੇ ਹੋ। ਆਖਰਕਾਰ ਤੁਸੀਂ ਉਸ ਵਿੱਚ ਅਜਿਹੀ ਕਿਹੜੀ ਗੱਲ ਵੇਖੀ ਜਿਸ ਕਾਰਨ ਤੁਸੀਂ ਉਸ ਨੂੰ ਪਖੰਡੀ ਸਮਝਦੇ ਹੋ?
ਤੁਸੀਂ ਪਹਿਲਾਂ ਹੀ ਉਸ ਤੇ ਵਿਸ਼ਵਾਸ ਨਹੀਂ ਕੀਤਾ। ਹੁਣ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸਾਡੀ ਧੀ ਦਾ ਇਲਾਜ ਕਿਵੇਂ ਹੋਵੇਗਾ? ਮੁਕੇਸ਼ ਨੇ ਕਿਹਾ, ਠੀਕ ਹੈ, ਆਪਣੀ ਮਰਜ਼ੀ ਕਰੋ। ਮੈਂ ਮੁਕੇਸ਼ ਨੂੰ ਸਖਤ ਮਨਾ ਕੀਤਾ ਸੀ ਕਿ ਉਹ ਗੁਆਂਢ ਵਿੱਚ ਕਿਸੇ ਨੂੰ ਨਾ ਦੱਸੇ ਕਿ ਤਾਂਤਰਿਕ ਬਾਬਾ ਸਾਡੇ ਘਰ ਆਉਣ ਵਾਲਾ ਹੈ ਅਤੇ ਸਾਡੀ ਧੀ ਦਾ ਇਲਾਜ ਕਰੇਗਾ। ਇਸ ਤਰੀਕੇ ਨਾਲ ਜੇਕਰ ਲੋਕ ਜਾਣਦੇ ਹਨ, ਫਿਰ ਲੋਕ ਸਾਡੇ ਘਰ ਆਉਣਗੇ ਅਤੇ ਮੇਰੀ ਬੇਟੀ ਦਾ ਸਹੀ ਇਲਾਜ ਨਹੀਂ ਹੋ ਸਕੇਗਾ। ਮੁਕੇਸ਼ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਅਤੇ ਮੈਂ ਬਹੁਤ ਖੁਸ਼ ਸੀ ਕਿ ਹੁਣ ਮੇਰੀ ਬੇਟੀ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਹੈ। ਮੈਂ ਆਪਣੀ ਧੀ ਨੂੰ ਕਿਹਾ ਕਿ ਜੇਕਰ ਤੁਸੀਂ ਬਿਲਕੁਲ ਠੀਕ ਹੋ ਗਏ ਤਾਂ ਅਸੀਂ ਦੋਵੇਂ ਮਾਂ ਧੀ ਬਾਹਰ ਸੈਰ ਕਰਨ ਲਈ ਚੱਲਾਂਗੇ ਅਤੇ ਮੈਂ ਤੁਹਾਨੂੰ ਖਰੀਦਦਾਰੀ ਕਰਨ ਲਈ ਲੈ ਜਾਵਾਂਗੀ। ਤੁਹਾਨੂੰ ਇੱਕ ਫਿਲਮ ਦਿਖਾਵਾਂਗੀ ਅਤੇ ਪਾਰਕ ਵਿੱਚ ਵੀ ਲੈ ਜਾਵਾਂਗੀ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਤੇ ਬੋਲੀ, ਮਾਂ, ਮੈਂ ਵੀ ਸਭ ਕੁਝ ਦੇਖਣਾ ਚਾਹੁੰਦੀ ਹਾਂ। ਆਖਰਕਾਰ ਇਹ ਕਿਹੋ ਜਿਹਾ ਸੰਸਾਰ ਹੈ। ਮੈਂ ਆਪਣੀ ਧੀ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਉਹ ਬਿਲਕੁਲ ਠੀਕ ਹੋ ਜਾਵੇਗੀ। ਮੇਰੀ ਬੇਟੀ ਵੀ ਚਾਹੁੰਦੀ ਸੀ ਕਿ ਉਹ ਠੀਕ ਹੋ ਜਾਵੇ ਅਤੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕੇ। ਫਿਲਹਾਲ ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਨਾਸ਼ਤੇ ਦਾ ਸਮਾਨ ਲੈ ਕੇ ਆਵੇ ਅਤੇ ਬਾਜ਼ਾਰ ਵਿੱਚੋਂ 1-2 ਕਿਸਮ ਦਾ ਭੋਜਨ ਵੀ ਲਿਆਵੇ। ਮੈਂ ਚਾਹੁੰਦੀ ਹਾਂ ਕਿ ਬਾਬਾ ਸਾਡੇ ਘਰ ਖਾਣਾ ਖਾਵੇ ਅਤੇ ਨਾਸ਼ਤਾ ਵੀ ਕਰੇ। ਮੁਕੇਸ਼ ਸਮਾਨ ਲੈ ਆਇਆ ਸੀ ਤਾਂ ਹੁਣ ਅਸੀਂ ਬਾਬੇ ਦੇ ਆਉਣ ਦੀ ਉਡੀਕ ਕਰ ਰਹੇ ਸੀ। ਮੈਂ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਛੱਡ ਦਿੱਤੇ ਸਨ। ਸ਼ਾਮ ਨੂੰ ਠੀਕ 6 ਵਜੇ ਬਾਬਾ ਅਤੇ ਇੱਕ ਆਦਮੀ ਉਸਦੇ ਨਾਲ ਆਇਆ। ਸ਼ਾਇਦ ਉਹ ਉਸਦਾ ਚੇਲਾ ਸੀ। ਮੈਂ ਬਾਬਾ ਜੀ ਨੂੰ ਗੈਸਟ ਰੂਮ ਵਿੱਚ ਲੈ ਗਈ। ਮੈਂ ਬਾਬਾ ਜੀ ਨੂੰ ਕਿਹਾ, ਬਾਬਾ ਜੀ, ਤੁਸੀਂ ਪਹਿਲਾਂ ਖਾਣਾ ਖਾਓ, ਉਸ ਤੋਂ ਬਾਅਦ ਚਾਹ ਨਾਸ਼ਤਾ ਕਰੋ। ਤਾਂ ਉਹ ਮੁਸਕਰਾ ਕੇ ਕਹਿਣ ਲੱਗਾ, ਨਹੀਂ, ਪਹਿਲਾਂ ਮੈਂ ਤੁਹਾਡੀ ਬੇਟੀ ਦਾ ਇਲਾਜ ਸ਼ੁਰੂ ਕਰਾਂਗਾ, ਉਸ ਤੋਂ ਬਾਅਦ ਸਾਰੇ ਇਕੱਠੇ ਡਿਨਰ ਕਰਾਂਗੇ। ਤੁਹਾਡਾ ਪਤੀ ਕਿੱਥੇ ਹੈ? ਉਸ ਨੂੰ ਵੀ ਇਸ ਕਮਰੇ ਵਿੱਚ ਬੁਲਾਓ। ਮੈਂ ਮੁਕੇਸ਼ ਨੂੰ ਵੀ ਕਮਰੇ ਵਿੱਚ ਲੈ ਆਈ। ਉਸ ਨੇ ਪਿੰਕੀ ਨੂੰ ਆਪਣੇ ਸਾਹਮਣੇ ਬਿਠਾ ਲਿਆ ਸੀ। ਫਿਰ ਉਸਨੇ ਆਪਣੇ ਬੈਗ ਵਿੱਚੋਂ ਕਾਗਜ਼ ਦੀਆਂ 2 ਪੁੜੀਆਂ ਕੱਢੀਆਂ ਅਤੇ ਮੈਨੂੰ ਜਾ ਕੇ ਸਾਦੇ ਪਾਣੀ ਦੇ 2 ਗਲਾਸ ਲਿਆਉਣ ਲਈ ਕਿਹਾ। ਮੈਂ ਝੱਟ 2 ਗਲਾਸ ਪਾਣੀ ਲੈ ਆਈ। ਬਾਬੇ ਨੇ ਉਹ ਪੁੜੀ ਦੋਹਾਂ ਗਲਾਸਾਂ ਵਿੱਚ ਪਾ ਦਿੱਤੀ ਤੇ ਫਿਰ ਕਿਹਾ ਕਿ ਹੁਣ ਤੁਸੀਂ ਦੋਵੇਂ ਪਤੀ ਪਤਨੀ ਇਹ ਪਾਣੀ ਪੀ ਲਓ। ਪਾਣੀ ਪੀਣ ਤੋਂ ਬਾਅਦ ਤੁਸੀਂ ਦੋਹਾਂ ਨੇ ਆਪਣੀ ਧੀ ਦੀਆਂ ਅੱਖਾਂ ਤੇ ਫੂਕ ਮਾਰਨੀ ਹੈ। ਮੈਂ ਉਹ ਪਾਣੀ ਇੱਕੋ ਵਾਰ ਵਿੱਚ ਪੀ ਲਿਆ, ਪਰ ਮੇਰਾ ਪਤੀ ਸਿਰਫ 1 ਘੁੱਟ ਪੀਣ ਤੋਂ ਬਾਅਦ ਖੜ ਗਿਆ। ਉਹਨਾਂ ਨੇ ਕਿਹਾ ਕਿ ਇਸ ਦਾ ਸਵਾਦ ਬਹੁਤ ਖਰਾਬ ਹੈ। ਬਾਬਾ ਜੀ ਕਹਿਣ ਲੱਗੇ, ਇਹ ਕੀ ਹੈ? ਮੈਂ ਤੁਹਾਡੀ ਧੀ ਦਾ ਇਲਾਜ ਕਰਨ ਆਇਆ ਹਾਂ ਅਤੇ ਤੁਸੀਂ ਇਸ ਨੂੰ ਪੀਣ ਵਿੱਚ ਨਖਰਾ ਦਿਖਾ ਰਹੇ ਹੋ। ਬਹੁਤ ਸਾਰੇ ਲੋਕ ਇਸ ਪਾਣੀ ਨੂੰ ਪੀਂਦੇ ਹਨ ਅਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੀ ਨਹੀਂ ਕਰਦੇ। ਮੈਂ ਮੁਕੇਸ਼ ਵੱਲ ਦੇਖ ਕੇ ਕਿਹਾ, ਜਲਦੀ ਪੀਓ। ਉਹ ਵਿਚਾਰਾ ਸਾਰਾ ਪਾਣੀ ਪੀਣ ਲਈ ਮਜਬੂਰ ਹੋ ਗਿਆ। ਕੁਝ ਸਮੇਂ ਬਾਅਦ ਮੇਰਾ ਸਿਰ ਅਚਾਨਕ ਭਾਰਾ ਹੋਣ ਲੱਗਾ ਅਤੇ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰਨ ਲੱਗ ਪਈਆਂ ਸਨ ਅਤੇ ਜਦੋਂ ਮੈਂ ਆਪਣੇ ਪਤੀ ਵੱਲ ਮੁੜ ਕੇ ਦੇਖਿਆ ਤਾਂ ਉਹਨਾਂ ਨੂੰ ਵੀ ਚੱਕਰ ਆ ਰਹੇ ਸਨ ਅਤੇ ਉਹਨਾਂ ਦਾ ਸਿਰ ਵੀ ਭਾਰੀ ਹੋ ਰਿਹਾ ਸੀ। ਪਰ ਉਹ ਬਾਬਾ ਸਾਡੇ ਵੱਲ ਦੇਖ ਕੇ ਹੱਸ ਰਿਹਾ ਸੀ। ਬਾਬੇ ਨੇ ਮੇਰੀ ਧੀ ਦਾ ਹੱਥ ਫੜ ਲਿਆ ਸੀ ਤੇ ਉਸ ਨੂੰ ਫੜ ਕੇ ਖੜਾ ਕਰ ਰਿਹਾ ਸੀ। ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੇਰੀ ਧੀ ਉੱਚੀ ਉੱਚੀ ਚੀਖ ਰਹੀ ਸੀ, ਮੰਮੀ, ਡੈਡੀ, ਕਿਰਪਾ ਕਰਕੇ ਮਦਦ ਕਰੋ। ਉਹ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਬਾਬੇ ਦੇ ਚੇਲੇ ਨੇ ਉਸ ਦਾ ਹੱਥ ਫੜ ਲਿਆ। ਅੱਖਾਂ ਬੰਦ ਹੁੰਦਿਆਂ ਮੈਨੂੰ ਤਾਂਤਰਿਕ ਬਾਬਾ ਵਿੱਚ ਇੱਕ ਸ਼ੈਤਾਨ ਦਿਖਾਈ ਦੇ ਰਿਹਾ ਸੀ ਅਤੇ ਫਿਰ ਮੈਂ ਪੂਰੀ ਤਰ੍ਹਾਂ ਬੇਹੋਸ਼ ਹੋ ਗਈ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ। ਪਰ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੇਰੀ ਧੀ ਵੱਡੀ ਮੁਸੀਬਤ ਵਿੱਚ ਸੀ। ਮੇਰੇ ਕੰਨਾਂ ਵਿੱਚ ਲਗਾਤਾਰ ਮੇਰੀ ਧੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਪਤਾ ਨਹੀਂ ਮੈਂ ਤੇ ਮੇਰਾ ਪਤੀ ਕਿੰਨਾ ਚਿਰ ਬੇਹੋਸ਼ ਰਹੇ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਘਬਰਾ ਕੇ ਉੱਠੀ ਅਤੇ ਆਪਣੀ ਧੀ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੇਰੀ ਧੀ ਮੇਰੇ ਨੇੜੇ ਆਈ, ਆਪਣੇ ਹੱਥਾਂ ਨਾਲ ਮੈਨੂੰ ਮਹਿਸੂਸ ਕੀਤਾ ਅਤੇ ਮੈਨੂੰ ਜੱਫੀ ਪਾ ਲਈ। ਉਸ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਬੇਟੀ ਦੀ ਹਾਲਤ ਦੇਖ ਕੇ ਮੇਰਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਡਰ ਦੇ ਕਾਰਨ ਮੇਰੀ ਬੇਟੀ ਕੁਝ ਬੋਲ ਨਹੀਂ ਸਕੀ, ਬਸ ਰੋ ਰਹੀ ਸੀ। ਮੇਰੀ ਬੇਟੀ ਦੇ ਕੱਪੜੇ ਵੀ ਫਟੇ ਹੋਏ ਸਨ ਅਤੇ ਉਹ ਬਹੁਤ ਰੋ ਰਹੀ ਸੀ, ਬਹੁਤ ਡਰੀ ਹੋਈ ਸੀ। ਮੈਂ ਝੱਟ ਮੁਕੇਸ਼ ਨੂੰ ਚੁੱਕਿਆ ਅਤੇ ਤਾਂਤਰਿਕ ਬਾਬਾ ਨੂੰ ਇੱਧਰ ਉੱਧਰ ਲੱਭਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਬਾਬਾ ਅਤੇ ਉਸ ਦਾ ਚੇਲਾ ਹਾਲ ਵਿੱਚ ਹੀ ਕੁਰਸੀ ਨਾਲ ਬੰਨੇ ਹੋਏ ਸਨ।
ਮੈਂ ਆਪਣੇ ਧੀ ਵੱਲ ਦੇਖਿਆ ਅਤੇ ਪੁੱਛਿਆ, ਕੀ ਹੋਇਆ ਪੁੱਤਰ? ਮੁਕੇਸ਼ ਨੂੰ ਵੀ ਹੋਸ਼ ਆ ਗਿਆ ਸੀ। ਕੁਝ ਸਮੇਂ ਬਾਅਦ ਪੁਲਿਸ ਵੀ ਸਾਡੇ ਘਰ ਦੇ ਅੰਦਰ ਆ ਗਈ। ਸਾਡੇ ਘਰ ਕਈ ਥਾਣੇਦਾਰ ਆਏ ਹੋਏ ਸਨ। ਉਹ ਬਾਬਾ ਅਤੇ ਉਸਦੇ ਚੇਲੇ ਨੂੰ ਫੜ ਕੇ ਆਪਣੇ ਨਾਲ ਲੈ ਗਏ। ਬਿਆਨ ਵੀ ਉਹਨਾਂ ਦੇ ਪਿੱਛੇ ਖੜਾ ਸੀ। ਮੈਂ ਬਿਆਨ ਵੱਲ ਦੇਖ ਕੇ ਪੂਰੀ ਤਰ੍ਹਾਂ ਡਰ ਗਈ ਸੀ। ਮੈਂ ਬਿਆਨ ਨੂੰ ਕਹਿਣ ਲੱਗੀ, ਤੁਸੀਂ ਇੱਥੇ ਕਿਵੇਂ ਆਏ? ਇੱਥੇ ਕੀ ਹੋਇਆ? ਉਸਨੇ ਕਿਹਾ, ਆਂਟੀ, ਜਦੋਂ ਮੈਂ ਕੱਲ ਤੁਹਾਡੇ ਘਰ ਆਇਆ ਸੀ, ਤੁਸੀਂ ਲੋਕ ਕਿੱਥੇ ਜਾ ਰਹੇ ਸੀ? ਮੈਂ ਆਪਣੀ ਸਾਈਕਲ ਤੇ ਤੁਹਾਡਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਤੁਹਾਡਾ ਪਿੱਛਾ ਕਰਦਾ ਇਸ ਤਾਂਤਰਿਕ ਬਾਬੇ ਦੀ ਦੁਕਾਨ ਤੱਕ ਗਿਆ ਸੀ। ਮੈਂ ਉੱਥੇ ਬਾਹਰ ਖੜਾ ਰਿਹਾ। ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ। ਤੁਸੀਂ ਲੋਕਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਪਰ ਫਿਰ ਅਚਾਨਕ ਮੈਨੂੰ ਮੇਰੇ ਘਰੋਂ ਫੋਨ ਆਇਆ ਤਾਂ ਮੈਂ ਆਪਣੇ ਘਰ ਵਾਪਸ ਆ ਗਿਆ। ਹਾਂ, ਪਰ ਮੈਂ ਤੁਹਾਡੇ ਲੋਕਾਂ ਤੋਂ ਸੁਣਿਆ ਸੀ ਕਿ ਕੱਲ ਨੂੰ ਤਾਂਤਰਿਕ ਬਾਬਾ ਤੁਹਾਡੇ ਘਰ ਆਵੇਗਾ ਅਤੇ ਪਿੰਕੀ ਦਾ ਇਲਾਜ ਸ਼ੁਰੂ ਕਰੇਗਾ। ਮੈਂ ਵਾਪਸ ਆਪਣੇ ਘਰ ਚਲਾ ਗਿਆ। ਮੈਂ ਤੁਹਾਡੇ ਚੰਗੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਫੈਸਲਾ ਕੀਤਾ ਕਿ ਮੈਂ ਤੁਹਾਡੇ ਘਰ ਵਾਪਸ ਆਵਾਂਗਾ, ਕਿਉਂਕਿ ਇਹ ਤਾਂਤਰਿਕ ਬਾਬਾ ਚੰਗਾ ਇਨਸਾਨ ਨਹੀਂ ਸੀ। ਇਹ ਇੱਕ ਨਕਲੀ ਬਾਬਾ ਸੀ ਜੋ ਲੋਕਾਂ ਨੂੰ ਲੁੱਟਦਾ ਸੀ ਅਤੇ ਮੁਟਿਆਰਾਂ ਦੀ ਇੱਜ਼ਤ ਲੁੱਟਦਾ ਸੀ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਇਸ ਝੂਠੇ ਤਾਂਤਰਿਕ ਬਾਬੇ ਨੂੰ ਬਿਜਨੌਰ ਤੋਂ ਵੀ ਧੋਖਾਧੜੀ ਕਾਰਨ ਕੱਢ ਦਿੱਤਾ ਗਿਆ ਸੀ। ਇਸ ਲਈ ਮੈਂ ਵਿਉਂਤ ਬਣਾਈ ਸੀ ਕਿ ਜੇਕਰ ਇਹ ਬਾਬਾ ਤੁਹਾਡੇ ਘਰ ਕੋਈ ਪਰੇਸ਼ਾਨੀ ਕਰਦਾ ਹੈ ਤਾਂ ਮੈਂ ਇਸ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿਆਂਗਾ। ਇਸ ਲਈ ਮੈਂ ਕੰਧ ਤੋਂ ਛਾਲ ਮਾਰ ਕੇ ਤੁਹਾਡੇ ਘਰ ਅੰਦਰ ਆ ਗਿਆ ਅਤੇ ਇਹ ਬਾਬਾ ਤੁਹਾਡੇ ਲੋਕਾਂ ਨਾਲ ਜੋ ਕੁਝ ਕਰ ਰਿਹਾ ਸੀ ਉਹ ਸਭ ਕੁਝ ਮੈਂ ਦੇਖ ਰਿਹਾ ਸੀ। ਜਦੋਂ ਇਸ ਬਾਬੇ ਨੇ ਤੁਹਾਨੂੰ ਸਭ ਨੂੰ ਬੇਹੋਸ਼ ਕਰ ਦਿੱਤਾ ਸੀ ਤਾਂ ਮੈਂ ਪੁਲਿਸ ਨੂੰ ਬੁਲਾਇਆ ਸੀ। ਤੁਹਾਡੇ ਬੇਹੋਸ਼ ਹੋਣ ਤੋਂ ਬਾਅਦ ਉਹ ਦੋਵੇਂ ਪਿੰਕੀ ਤੇ ਜ਼ਬਰਦਸਤੀ ਕਰ ਰਹੇ ਸਨ। ਮੈਂ ਆਪਣੇ ਇੱਕ ਦੋਸਤ ਨਾਲ ਮਿਲ ਕੇ ਇਸ ਤਾਂਤਰਿਕ ਬਾਬੇ ਅਤੇ ਉਸ ਦੇ ਚੇਲੇ ਨੂੰ ਫੜ ਕੇ ਕੁਰਸੀ ਨਾਲ ਬੰਨ੍ਹ ਦਿੱਤਾ। ਰੱਬ ਨੇ ਸਾਡੀ ਪਿੰਕੀ ਨੂੰ ਬਚਾ ਲਿਆ ਸੀ ਅਤੇ ਮੈਂ ਪਿੰਕੀ ਨੂੰ ਸਮਝਾ ਰਿਹਾ ਸੀ ਕਿ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਹੁਣ ਉਸ ਦਾ ਭਰਾ ਆ ਗਿਆ ਹੈ। ਮੈਂ ਤੁਹਾਨੂੰ ਲੋਕਾਂ ਨੂੰ ਹੋਸ਼ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਤੁਸੀਂ ਹੋਸ਼ ਵਿੱਚ ਨਹੀਂ ਆ ਸਕੇ। ਕੁਝ ਦੇਰ ਬਾਅਦ ਜਦੋਂ ਤੁਹਾਨੂੰ ਹੋਸ਼ ਆਇਆ ਤਾਂ ਪੁਲਿਸ ਵੀ ਆ ਗਈ ਅਤੇ ਦੋਵਾਂ ਨੂੰ ਫੜ ਕੇ ਲੈ ਗਈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਕਹਿਣ ਲੱਗੀ, ਬਿਆਨ, ਮੈਨੂੰ ਮਾਫ਼ ਕਰ ਦੇ। ਰੱਬ ਤੇਰਾ ਭਲਾ ਕਰੇ। ਅੱਜ ਤੂੰ ਸਾਡੀ ਇੱਜ਼ਤ ਬਚਾਈ। ਮੇਰੀ ਧੀ ਦੀ ਜਾਨ ਵੀ ਬਚ ਗਈ। ਉਸਨੇ ਕਿਹਾ, ਆਂਟੀ, ਉਸ ਦਿਨ ਵੀ ਜੋ ਮੈਂ ਕਿਹਾ ਸੀ ਉਸ ਦਾ ਤੁਹਾਨੂੰ ਬਹੁਤ ਬੁਰਾ ਲੱਗਾ, ਪਰ ਸੱਚ ਤਾਂ ਇਹ ਹੈ ਕਿ ਪ੍ਰਮਾਤਮਾ ਨੇ ਬਿਨਾਂ ਕੁਝ ਸੋਚੇ ਪਿੰਕੀ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਦਿੱਤੀ। ਤੁਹਾਨੂੰ ਰੱਬ ਦੀ ਰਜ਼ਾ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਉਸ ਦੀ ਰਜ਼ਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਭ ਨੇ ਤੁਹਾਨੂੰ ਲੁੱਟ ਲਿਆ, ਪਰ ਕੀ ਫਾਇਦਾ? ਅਜੇ ਤੱਕ ਪਿੰਕੀ ਨੂੰ ਦੇਖਣ ਨਹੀਂ ਲੱਗਿਆ। ਮੈਂ ਰੋ ਰਹੀ ਸੀ। ਮੈਂ ਉਸ ਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਵਾਂਗ ਕਦੇ ਕਿਸੇ ਨੇ ਨਹੀਂ ਸਮਝਾਇਆ। ਲੋਕ ਮੈਨੂੰ ਡਾਕਟਰ ਬਾਬਾ ਜਾਂ ਵੈਦ ਵਰਗੇ ਸੁਝਾਅ ਦਿੰਦੇ ਰਹਿੰਦੇ ਸਨ ਅਤੇ ਮੈਂ ਲੋਕਾਂ ਦੀ ਗੱਲਬਾਤ ਵਿੱਚ ਆਉਂਦੀ ਰਹਿੰਦੀ ਸੀ। ਉਹ ਜੋ ਵੀ ਕਹਿੰਦੇ ਸਨ ਮੈਂ ਕਰਦੀ ਸੀ, ਕਿਉਂਕਿ ਪੁੱਤਰ, ਮੈਂ ਮਾਂ ਹਾਂ ਅਤੇ ਮਾਂ ਆਪਣੇ ਬੱਚੇ ਦੀ ਖੁਸ਼ੀ ਲਈ ਸਭ ਕੁਝ ਕਰ ਸਕਦੀ ਹੈ। ਪਰ ਮੈਨੂੰ ਕਿਸੇ ਨੇ ਇਹ ਨਹੀਂ ਦੱਸਿਆ ਸੀ ਕਿ ਸਾਨੂੰ ਰੱਬ ਦੀ ਰਜ਼ਾ ਵਿੱਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਇਸ ਲਈ ਮੈਨੂੰ ਮਾਫ਼ ਕਰ ਦਿਓ। ਮੈਂ ਬਿਆਨ ਅੱਗੇ ਹੱਥ ਜੋੜ ਦਿੱਤੇ। ਉਸਨੇ ਜਲਦੀ ਨਾਲ ਮੇਰੇ ਹੱਥ ਫੜ ਲਏ ਅਤੇ ਕਿਹਾ, ਨਹੀਂ ਨਹੀਂ ਆਂਟੀ, ਅਜਿਹਾ ਨਾ ਕਰੋ। ਤੁਸੀਂ ਮੇਰੀ ਮਾਂ ਹੋ। ਬਿਆਨ ਨੂੰ ਮਿਲ ਕੇ ਮੇਰੇ ਪਤੀ ਵੀ ਬਹੁਤ ਖੁਸ਼ ਹੋਏ। ਫਿਰ ਬਿਆਨ ਨੇ ਆਪਣੇ ਬਾਰੇ ਅਤੇ ਉਸ ਦੀ ਯਾਦਾਸ਼ਤ ਵਾਪਸ ਆਉਣ ਬਾਰੇ ਦੱਸਿਆ। ਉਸਨੇ ਦੱਸਿਆ ਕਿ ਜਦੋਂ ਉਹ ਸਾਡੇ ਘਰੋਂ ਨਿਕਲਿਆ ਸੀ ਤਾਂ ਰਸਤੇ ਵਿੱਚ ਉਹ ਆਪਣੇ ਦਾਦਾ ਅਤੇ ਪਿਤਾ ਨੂੰ ਮਿਲਿਆ ਸੀ ਜੋ ਉਸ ਦੀ ਭਾਲ ਕਰ ਰਹੇ ਸਨ। ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਪੁੱਤਰ ਮਰ ਗਿਆ ਹੈ, ਪਰ ਉਹ ਆਪਣੇ ਬੇਟੇ ਨੂੰ ਜਿੰਦਾ ਅਤੇ ਸੁਰੱਖਿਅਤ ਦੇਖ ਕੇ ਬਹੁਤ ਖੁਸ਼ ਹੋਏ ਅਤੇ ਬਿਆਨ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ। ਜਦੋਂ ਉਹ ਲੋਕ ਮੈਨੂੰ ਆਪਣੇ ਘਰ ਲੈ ਗਏ ਤਾਂ ਹੌਲੀ-ਹੌਲੀ ਮੈਂ ਸਭ ਨੂੰ ਪਛਾਣਨ ਲੱਗਾ ਅਤੇ ਹੌਲੀ-ਹੌਲੀ ਮੇਰੀ ਯਾਦਾਸ਼ਤ ਵੀ ਵਾਪਸ ਆ ਗਈ। ਹੁਣ ਮੈਂ ਪੂਰੀ ਤਰ੍ਹਾਂ ਆਮ ਹੋ ਗਿਆ ਹਾਂ, ਪਰ ਜਦੋਂ ਮੇਰੀ ਯਾਦਾਸ਼ਤ ਵਾਪਸ ਆਈ ਤਾਂ ਮੈਂ ਤੁਹਾਨੂੰ ਭੁੱਲਿਆ ਨਹੀਂ ਸੀ। ਅਸੀਂ ਉਸ ਨੂੰ ਯਾਦ ਸੀ ਜਿਸ ਤਰ੍ਹਾਂ ਅਸੀਂ ਉਸ ਦੀ ਜਾਨ ਬਚਾਈ ਸੀ ਅਤੇ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਸੀ। ਬਿਆਨ ਨੇ ਵੀ ਸਾਨੂੰ ਆਪਣੇ ਪਰਿਵਾਰ ਨਾਲ ਮਿਲਾਇਆ। ਉਸ ਦਾ ਪਰਿਵਾਰ ਬਹੁਤ ਵਧੀਆ ਅਤੇ ਪੜ੍ਹਿਆ ਲਿਖਿਆ ਸੀ। ਉਹ ਬਹੁਤ ਅਮੀਰ ਲੋਕ ਸਨ। ਬਿਆਨ ਨੇ ਮੇਰੀ ਧੀ ਨੂੰ ਆਪਣੀ ਭੈਣ ਬਣਾ ਲਿਆ ਸੀ ਅਤੇ ਮੇਰੇ ਪਤੀ ਬਿਆਨ ਨੂੰ ਆਪਣਾ ਪੁੱਤਰ ਸਮਝਦੇ ਸਨ। ਸ਼ਾਇਦ ਹੁਣ ਤੱਕ ਮੇਰੀ ਜ਼ਿੰਦਗੀ ਵਿੱਚ ਕਿਸੇ ਪੁੱਤਰ ਦੀ ਕਮੀ ਸੀ ਜੋ ਬਿਆਨ ਦੇ ਆਉਣ ਨਾਲ ਪੂਰੀ ਹੋ ਗਈ ਸੀ। ਬਿਆਨ ਦੇ ਸਾਡੇ ਪਰਿਵਾਰ ਦੇ ਰਿਸ਼ਤੇ ਬਹੁਤ ਚੰਗੇ ਹੋ ਗਏ ਸਨ। ਅਸੀਂ ਇੱਕ ਦੂਜੇ ਨਾਲ ਬਹੁਤ ਵਧੀਆ ਰਹਿੰਦੇ ਹਾਂ। ਮੇਰੀ ਬੇਟੀ ਵੀ ਹਮੇਸ਼ਾ ਬਿਆਨ ਦੇ ਨਾਲ ਇੱਕ ਭੈਣ ਵਾਂਗ ਵਿਵਹਾਰ ਕਰਦੀ ਹੈ ਅਤੇ ਹੁਣ ਜਦੋਂ ਮੇਰੀ ਧੀ 19 ਸਾਲ ਦੀ ਹੋ ਗਈ ਹੈ, ਬਿਆਨ ਦੀ ਆਂਟੀ ਨੂੰ ਸਾਡੀ ਪਿੰਕੀ ਬਹੁਤ
ਬਹੁਤ ਪਸੰਦ ਆਈ। ਇਸੇ ਲਈ ਉਸਨੇ ਮੇਰੀ ਧੀ ਲਈ ਆਪਣੇ ਬੇਟੇ ਦਾ ਰਿਸ਼ਤਾ ਭੇਜਿਆ ਸੀ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਿਸ ਲੜਕੇ ਦਾ ਰਿਸ਼ਤਾ ਮੇਰੀ ਧੀ ਲਈ ਆਇਆ ਸੀ ਉਹ ਲੜਕਾ ਬੋਲ ਨਹੀਂ ਸਕਦਾ ਸੀ। ਦੋਹਾਂ 'ਚੋਂ ਕੁਝ ਕਮੀਆਂ ਸਨ ਜਿਸ ਕਾਰਨ ਉਹ ਇੱਕ ਦੂਜੇ ਦੀ ਇੱਜ਼ਤ ਕਰਨ ਲੱਗੇ। ਮੈਂ ਆਪਣੀ ਧੀ ਦਾ ਵਿਆਹ ਬਿਆਨ ਦੇ ਚਾਚੇ ਦੇ ਲੜਕੇ ਨਾਲ ਕੀਤਾ। ਮੇਰੀ ਧੀ ਆਪਣੇ ਸਹੁਰੇ ਘਰ ਰਹਿ ਕੇ ਬਹੁਤ ਖੁਸ਼ ਸੀ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਉਸ ਦੀ ਦੇਖਭਾਲ ਕਰਦੇ ਹਨ। ਸ਼ਾਇਦ ਇਹ ਮੇਰੀ ਧੀ ਦੀ ਕਿਸਮਤ ਵਿੱਚ ਲਿਖਿਆ ਸੀ। ਉਸ ਮੁੰਡੇ ਵਿੱਚ ਵੀ ਕਮੀ ਸੀ ਤੇ ਮੇਰੀ ਧੀ ਵਿੱਚ ਵੀ ਇੱਕ ਕਮੀ ਸੀ ਜਿਸ ਕਾਰਨ ਉਹਨਾਂ ਦੀ ਕਿਸਮਤ ਆਪਸ ਵਿੱਚ ਜੁੜੀ ਹੋਈ ਸੀ ਅਤੇ ਇਹੀ ਕਾਰਨ ਹੈ ਕਿ ਉਹ ਦੋਵੇਂ ਇੱਕ ਦੂਜੇ ਨੂੰ ਕਦੇ ਵੀ ਕਿਸੇ ਗੱਲੋਂ ਨੀਵਾਂ ਨਹੀਂ ਸਮਝ ਸਕਦੇ ਸਨ ਕਿਉਂਕਿ ਦੋਵਾਂ ਵਿੱਚ ਕੋਈ ਨਾ ਕੋਈ ਕਮੀ ਸੀ। ਫਿਲਹਾਲ ਦੋਵਾਂ ਬੱਚਿਆਂ ਦੀ ਜ਼ਿੰਦਗੀ ਠੀਕ ਚੱਲ ਰਹੀ ਸੀ ਅਤੇ ਜਿਸ ਦਿਨ ਤੋਂ ਮੇਰੀ ਬੇਟੀ ਦਾ ਵਿਆਹ ਹੋਇਆ ਹੈ ਮੈਂ ਆਪਣੀ ਧੀ ਲਈ ਬੇਫਿਕਰ ਹੋ ਗਈ ਹਾਂ ਕਿਉਂਕਿ ਮੇਰੀ ਧੀ ਨੂੰ ਸਹੁਰਾ ਘਰ ਬਹੁਤ ਵਧੀਆ ਮਿਲਿਆ ਹੈ। ਦੋਸਤੋ, ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਿਰਪਾ ਕਰਕੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।